ਹੁਣ ਜਿੱਦਾਂ ਕਿ ਆਪਾਂ ਸੋਚ ਰਹੇ ਹਾਂ ਕਿ ਮੇਰੇ ਕੋ ਵੱਡੀ ਗੱਡੀ ਹੋਏ ਗੱਡੀ ਦਾ ਨਾਮ ਪਾਰਟਿਕੂਲਰ ਰਹਿਣਾ ਹੈ, ਫੋਰਚੂਨਰ ਹੋਏ ਸੋਚ ਹੀ ਇੰਨੀ ਜ਼ਿਆਦਾ ਤਗੜੀ ਕਰ ਦੇਣੀ ਕਿ ਗੱਡੀ ਤੁਹਾਡੇ ਘਰ ਦੇ ਬਾਹਰ ਖੜੀ ਹੋਏ। ਹਰ ਤਰ੍ਹਾਂ ਦੀ ਬਿਮਾਰੀ ਹੀਲਿੰਗ ਮੋਡੈਲਿਟੀ ਹੀਲਿੰਗ ਟੈਕਨੀਕਸ ਦੇ ਨਾਲ ਠੀਕ ਕੀਤੀ ਜਾ ਸਕਦੀ ਹੈ। ਲੋੜ ਹੈ ਇਹਨੂੰ ਵਿਸ਼ਵਾਸ ਕਰਨ ਦੀ, ਐਕਸੈਪਟ ਕਰਨ ਦੀ। ਡਾਕਟਰ ਮੰਨਦੇ ਆ ਕਿ ਬਿਨਾਂ ਦਵਾਈਆਂ ਦੇ ਬਿਮਾਰੀਆਂ ਦੇ ਇਲਾਜ ਹੋ ਸਕਦੇ ਆ। ਅੱਧੀਆਂ ਬਿਮਾਰੀਆਂ ਤਾਂ ਲੋਕਾਂ ਨੂੰ ਸਿਰਫ ਨੈਗੇਟਿਵ ਸੋਚ ਕੇ ਨੈਗੇਟਿਵ ਖਾ ਕੇ ਮੈਨੂੰ ਲੱਗਦਾ ਇਸ ਕਰਕੇ ਹੀ ਹੋਈਆਂ। ਬਿਮਾਰੀਆਂ 1 ਮਿੰਟ 'ਚ ਠੀਕ ਕੀਤੀਆਂ ਜਾ ਸਕਦੀਆਂ ਜੇ ਅਸੀਂ ਅੱਜ ਆਪਣੇ ਦਿਮਾਗ ਨੂੰ ਸਮਝਾ ਲਈਏ ਕਿ ਮੈਨੂੰ ਕੁਝ ਨਹੀਂ ਹੈਗਾ। ਮੈਂ ਲੋਕਾਂ ਦੀ ਐਗਜ਼ਾਮਪਲ ਨਹੀਂ ਦੇ ਰਹੀ ਇੱਥੇ, ਮੈਂ ਆਪਣੀ ਐਗਜ਼ਾਮਪਲ ਦੇ ਰਹੀ ਹਾਂ। ਮੈਂ ਆਪਣੇ ਆਪ ਨੂੰ ਆਪ ਠੀਕ ਕੀਤਾ ਹੈ। ਮੇਰੇ ਸੀ ਸੈਕਸ਼ਨ ਤੋਂ ਬਾਅਦ ਬਹੁਤ ਜ਼ਿਆਦਾ ਲੈਗਸ ਦੀ ਪ੍ਰੋਬਲਮ ਸੀ, ਜਿਹਨੂੰ ਕਿ ਮੈਂ ਖੁਦ ਐਕਸਪੀਰੀਅੰਸ ਕੀਤਾ ਹੈ ਇਸੇ ਟੈਕਨੀਕ ਦੇ ਨਾਲ ਪ੍ਰੋਪਰ ਆਪਣੇ ਆਪ ਨੂੰ ਹੀਲ ਕਰਕੇ। ਸੱਚਮੁੱਚ ਲੋਕ ਨੈਗੇਟਿਵ ਸੋਚ ਕੇ ਇੰਨਾ ਬਿਮਾਰ ਹੋ ਗਏ ਕਿ ਸਾਨੂੰ ਇਦਾਂ ਲੱਗਦਾ ਕਿ ਬਿਮਾਰੀਆਂ ਹੀ ਇਸ ਦੁਨੀਆ ਤੇ ਰਾਜ ਕਰ ਰਹੀਆਂ, ਜਦਕਿ ਰਾਜ ਕਰ ਰਹੀ ਹੈ ਨੈਗੇਟਿਵਿਟੀ। ਕੋਵਿਡ ਵਿੱਚ ਕੀ ਸੀਗਾ? ਕੋਵਿਡ ਵਿੱਚ ਤਾਂ ਅੱਜ ਤੱਕ ਸਾਨੂੰ ਇਹੀ ਨਹੀਂ ਸਮਝ ਆਇਆ ਕਿ ਉਹ ਸੱਚੀ ਸੀਗਾ ਕਿ ਨਹੀਂ ਸੀਗਾ। ਕੁਝ ਲੋਕ ਤਾਂ ਬੜੀ ਜਲਦੀ ਰਿਕਵਰ ਕਰ ਗਏ ਤਾਂ ਕੁਝ ਲੋਕ 1 ਸੈਕਿੰਡ ਵਿੱਚ ਹੀ ਉਹਨੂੰ ਆਪਣੇ ਆਪ ਨੂੰ ਠੀਕ ਨਹੀਂ ਕਰ ਪਾਏ ਔਰ ਉਹ ਇਮੀਡੀਏਟਲੀ ਡੈਥ ਘੋਸ਼ਿਤ ਹੋ ਜਾਂਦੀ ਸੀ। ਕਿ ਇਹ ਸੱਚੀ ਵਿੱਚ ਕੋਵਿਡ ਸੀਗਾ ਜਾਂ ਇੱਛਾ ਸ਼ਕਤੀ ਨੇ ਤੁਹਾਨੂੰ ਬਚਾਇਆ? ਇਹ ਜਾਣਨਾ ਬਹੁਤ ਜ਼ਰੂਰੀ ਹੈ। ਔਰ ਇਹ ਸਵਾਲ ਮੈਂ ਕਹਿੰਦੀ ਹਾਂ ਤੁਸੀਂ ਖੁਦ ਆਪਣੇ ਆਪ ਤੋਂ ਕਰੋ ਕਿ ਕੋਵਿਡ ਸੀਗਾ ਕਿ ਨਹੀਂ ਸੀ, ਜਾਂ ਉਹ ਇੱਛਾ ਸ਼ਕਤੀ ਸੀ ਕਿ ਜਿਹਨੇ ਤੁਹਾਨੂੰ ਇਸ ਦੁਨੀਆ ਵਿੱਚ ਸਹੀ ਸਲਾਮਤ ਰੱਖਿਆ। ਹੁਣ ਦੇਖੋ ਜਿੱਦਾਂ ਦਿਨ ਰਾਤ ਅਸੀਂ ਇੱਕੋ ਹੀ ਗੱਲ ਕਹਿੰਦੇ ਰਹਿੰਦੇ ਹਾਂ, ਮੇਰੀ ਤਾਂ ਕਿਸਮਤ ਖਰਾਬ ਹੈ, ਮੇਰੀ ਕਿਸਮਤ ਇੱਦਾਂ ਹੈ, ਜਾਂ ਮੇਰੇ ਨਾਲ ਹੀ ਇੱਦਾਂ ਕਿਉਂ ਹੋਣਾ। ਤਾਂ ਓਬਵੀਅਸਲੀ ਤੁਸੀਂ ਜਿਸ ਚੀਜ਼ ਨੂੰ ਅਟਰੈਕਟ ਕਰ ਰਹੇ ਹੋ ਉਹੀ ਤੁਹਾਡੇ ਕੋਲ ਮਿਲ ਰਹੀ ਹੈ। ਮੈਂ ਤਾਂ ਸਭ ਨੂੰ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਇੱਛਾ ਸ਼ਕਤੀ, ਆਪਣੇ ਮਨ ਦੀ ਸ਼ਕਤੀ ਨੂੰ ਇੰਨਾ ਕੁ ਸਟਰੋਂਗ ਕਰ ਲਓ ਕਿ ਕੋਈ ਵੀ ਨੈਗੇਟਿਵਿਟੀ, ਇਹ ਹੁੰਦੀ ਹੀ ਕੀ ਹੈ, ਕੋਈ ਵੀ ਨੈਗੇਟਿਵਿਟੀ, ਕੋਈ ਪ੍ਰੋਬਲਮ ਤੁਹਾਡੇ ਲਾਗੇ ਨਹੀਂ ਲੱਗੇ। ਸਤਿ ਸ਼੍ਰੀ ਅਕਾਲ ਜੀ, ਬੈਠਕ ਵਿਦ ਵਰੁਣ ਕੌਰ ਮਾਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਆਪਾਂ ਗੱਲ ਕਰਾਂਗੇ ਹੀਲਿੰਗ ਮੋਡੈਲਿਟੀ ਦੇ ਉੱਤੇ। ਇਹ ਕਿਵੇਂ ਕੰਮ ਕਰਦੀ ਹੈ, ਕਿਵੇਂ ਤੁਸੀਂ ਆਪਣੇ ਆਪ ਨੂੰ ਆਪ ਹੀਲ ਕਰ ਸਕਦੇ ਹੋ। ਹੋਰ ਵੀ ਬਹੁਤ ਸਾਰੇ ਸਵਾਲ ਮੇਰੇ ਕੋਲ ਨੇ ਔਰ ਮੇਰੇ ਨਾਲ ਨੇ ਅੱਜ ਚੇਤਨਾ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਚੇਤਨਾ ਪ੍ਰੋਫੈਸਰ ਵੀ ਨੇ ਔਰ ਸਪਿਰਿਚੁਅਲ ਹੀਲਰ ਵੀ ਨੇ, ਟੈਰੋ ਕਾਰਡ ਮਾਸਟਰ ਵੀ ਨੇ, ਸਰਟੀਫਾਈਡ ਪ੍ਰੋਫੈਸ਼ਨਲ ਕਾਉਂਸਲਰ ਵੀ ਨੇ ਤੇ ਕਲੀਨਿਕਲ ਸਾਈਕੋਲੋਜੀ ਦੇ ਉੱਤੇ ਕੰਮ ਕਰ ਰਹੇ ਨੇ। ਸੋ ਇਟ ਮੀਨਸ ਤੁਸੀਂ ਬਹੁਤ ਸਾਰੀਆਂ ਫੀਲਡਸ ਦੇ ਵਿੱਚ ਹੋ ਔਰ ਹੀਲਿੰਗ ਮੋਡੈਲਿਟੀ ਇੱਕ ਅਜਿਹੀ ਫੀਲਡ ਹੈ ਜਿਹਦੇ ਬਾਰੇ ਮੈਨੂੰ ਲੱਗਦਾ 10 ਦੇ ਵਿੱਚੋਂ ਹਲੇ 2-3 ਜਾਣਿਆਂ ਨੂੰ ਮਸੀ ਪਤਾ ਹੋਣਾ, ਹਨਾ, ਜਿਹੜੇ ਇਹਨੂੰ ਪੜ੍ਹ ਰਹੇ ਆ ਜਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਆਪਾਂ ਪਹਿਲਾਂ ਆਪਣੀ ਆਡੀਅנס ਨੂੰ ਕਲੀਅਰ ਕਰ ਦਈਏ ਕਿ ਹੁੰਦੀ ਕੀ ਹੈ ਹੀਲਿੰਗ ਦੇ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਇਲਾਜ, ਹੀਲ ਕਰਨਾ, ਮੈਂਟਲੀ ਆਪਣੇ ਦਿਮਾਗ ਨੂੰ ਸ਼ਾਂਤ ਰੱਖਣਾ ਜਾਂ ਸਰੀਰ ਦੀ ਕਿਸੇ ਵੀ ਐਸੀ ਬਿਮਾਰੀ ਨੂੰ, ਪਰੇਸ਼ਾਨੀ ਨੂੰ ਅਸੀਂ ਸ਼ਾਂਤ ਕਰ ਸਕਦੇ ਹਾਂ, ਹੀਲ ਕਰ ਸਕਦੇ ਹਾਂ। ਪਰ ਸੱਚ ਕਿਹਾ ਤੁਸੀਂ, ਇਹ ਬਹੁਤ ਸਹੀ ਹੈ ਕਿ ਹਜੇ 100 ਚੋਂ ਸ਼ਾਇਦ ਹੀ 10% ਲੋਕ ਵੀ ਇਸ ਬਾਰੇ ਨਹੀਂ ਜਾਣਦੇ। ਪ੍ਰੋਬਲਮ ਇਹ ਨਹੀਂ ਹੈ ਕਿ ਜਾਣਦੇ ਨਹੀਂ ਹੈ, ਜਾਣਦੇ ਵੀ ਹੋਣਗੇ ਯਕੀਨ ਨਹੀਂ ਕਰਦੇ, ਕਿਉਂਕਿ ਸਾਨੂੰ ਆਦਤ ਪਈ ਹੈ ਦਵਾਈਆਂ ਖਾਣ ਦੀ। ਇੱਕ ਗੋਲੀ ਲਿੱਤੀ, ਖਾਧੀ ਤਾਂ ਸਾਨੂੰ ਫਰਕ ਪੈ ਗਿਆ। ਜਦ ਤੱਕ ਅਸੀਂ ਮਾਈਂਡ ਨੂੰ ਰਿਲੈਕਸ ਨਹੀਂ ਕਰ ਲੈਂਦੇ, ਆਪਣੇ ਆਪ ਨੂੰ ਇਹ ਨਹੀਂ ਸਮਝ ਲੈਂਦੇ ਕਿ એનર્ਜੀ ਜਿਹੜੀ ਕਿ ਪਰਮਾਤਮਾ ਰੂਪੀ ਇੱਕ ਸ਼ਕਤੀ ਹੈ, ਉਹ ਸਾਡੇ ਸਾਰਿਆਂ ਦੇ ਅੰਦਰ ਹੈ, ਉਹਦੇ ਥਰੂ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਤਦ ਤੱਕ ਲੋਕਾਂ ਨੂੰ ਇਹਦੇ ਬਾਰੇ ਸਮਝਾਉਣ ਲਈ ਵੀ ਬਹੁਤ ਜਾਗਰੂਕਤਾ ਕਰਨ ਦੀ ਲੋੜ ਹੈ। ਇਹ ਕੋਈ ਜਾਦੂ ਆ, ਜਿੱਦਾਂ ਕਹਿੰਦੇ ਨਾ ਕੋਈ ਮੰਤਰ ਪੜ੍ਹੇ ਤਾਂ ਅੰਦਰ ਸ਼ਕਤੀਆਂ ਆਉਣ ਲੱਗ ਜਾਂਦੀਆਂ, ਕੋਈ ਧਾਰਮਿਕ ਚੀਜ਼ ਹੈ, ਲੋਕ ਇੰਨੇ ਜਾਣੂ ਨਹੀਂ ਹੈਗੇ। ਬਿਲਕੁਲ, ਪਰ ਮੈਂ ਤੁਹਾਡੇ ਸਾਰੇ ਇੱਥੇ ਜਿਹੜੇ ਆਪਣੇ ਸਟੂਡੀਓ 'ਚ ਵੀ ਹਨ ਜਾਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹ ਕੋਈ ਜਾਦੂ ਨਹੀਂ ਹੈ। ਤੁਸੀਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝੋ ਕਿ ਇੱਕ ਚੇਤਨ ਮਨ ਹੈ ਔਰ ਇੱਕ ਅਵਚੇਤਨ ਮਨ ਹੈ। ਅਵਚੇਤਨ ਮਨ, ਜਿਹਨੂੰ ਕਿ ਸਬਕੌਂਸ਼ੀਅਸ ਮਾਈਂਡ ਕਿਹਾ ਜਾਂਦਾ ਹੈ, ਉਹਦੇ ਵਿੱਚ ਇਹ ਸਭ ਕੁਝ ਇਨਵੋਲਵ ਹੈ। ਚੇਤਨ ਮਨ ਉਹ ਹੈ ਜੋ ਜਾਣਦਾ ਹੈ ਕਿ ਮੇਰੇ ਸਾਹਮਣੇ ਕੀ ਸਹੀ ਹੈ ਕੀ ਨਹੀਂ। ਮੈਂ ਚਾਕੂ ਫੜਿਆ ਤਾਂ ਸੇਬ ਕੱਟਣ ਨੂੰ ਜਾਂ ਸਬਜ਼ੀ ਕੱਟਣ ਨੂੰ, ਮੈਂ ਉਹਨੂੰ ਮਾਰਨਾ ਨਹੀਂ ਹੈ। ਵਾਟ ਇਜ਼ ਰਾਈਟ ਤੇ ਰੋਂਗ, ਸਹੀ ਤੇ ਗਲਤ ਦਾ ਸਾਡੇ ਚੇਤਨ ਮਨ ਨੂੰ ਪਤਾ ਹੈ। ਅਵਚੇਤਨ ਮਨ ਨੂੰ ਇਹ ਕੁਝ ਨਹੀਂ ਪਤਾ, ਉਹ ਸਬਕੌਂਸ਼ੀਅਸ ਹੈ। ਅਸੀਂ ਸਿਰਫ 5% ਦਿਮਾਗ ਦਾ ਯੂਜ਼ ਕਰਦੇ ਹਾਂ, ਬਾਕੀ ਸਾਰਾ ਦਿਮਾਗ ਅਵਚੇਤਨ ਰੂਪ ਵਿੱਚ ਰਹਿੰਦਾ ਹੈ, ਜਿਹੜਾ ਕਿ ਡਿਵਾਈਨ ਦੇ ਨਾਲ ਜੁੜ ਕੇ, ਪਰਮਾਤਮਾ ਦੀ ਸ਼ਕਤੀ ਦੇ ਨਾਲ ਜੁੜ ਕੇ ਵਰਕ ਕਰਦਾ ਹੈ। ਅਸੀਂ ਜੋ ਮੈਸੇਜ ਉਹਨੂੰ ਪ੍ਰੋਵਾਈਡ ਕਰਦੇ ਹਾਂ ਉਹ ਉਹਦੇ ਥਰੂ ਹੀ ਕੰਮ ਕਰਦਾ ਹੈ। ਸੋ ਇਹ ਕੋਈ ਜਾਦੂ ਨਹੀਂ ਹੈ। ਜੇ ਮੈਂ ਚਾਹਨੀ ਹਾਂ, ਜਿੱਦਾਂ ਇੱਕ ਸੀਕ੍ਰੇਟ ਮੂਵੀ ਹੈ, ਤੁਸੀਂ ਸਾਰੇ ਉਹ ਪੜ੍ਹ ਸਕਦੇ ਹਾਂ, ਦੇਖੀ ਹੋਈ, ਤੁਸੀਂ ਉਹ ਸਮਝੋ ਉਸ ਚੀਜ਼ ਨੂੰ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਡਨਲੀ ਸਪੋਜ਼ ਮੈਨੂੰ ਅੱਜ
ਬਹੁਤ ਪੈਸੇ ਦੀ ਜ਼ਰੂਰਤ ਹੈ, ਮੇਰੇ ਕੋਲ ਪੈਸੇ ਨਹੀਂ ਹੈ, ਤਾਂ ਮੈਂ ਪਰਮਾਤਮਾ ਰੂਪੀ ਸ਼ਕਤੀ ਨੂੰ ਤਾਂ ਅਸੀਂ ਸਾਰੇ ਹੀ ਮੰਨਦੇ ਹਾਂ ਤੇ ਆਪਾਂ ਉਸ ਸ਼ਕਤੀ ਤੋਂ ਹੀ ਰਿਕੁਐਸਟ ਕਰਦੇ ਹਾਂ ਮੈਨੂੰ ਪੈਸੇ ਦੀ ਲੋੜ ਹੈ, ਮੇਰੇ ਅਕਾਊਂਟ 'ਚ ਪੈਸੇ ਆ ਜਾਣ ਜਾਂ ਮੇਰਾ ਕਿਤੋਂ ਵੀ ਪੈਸੇ ਦਾ ਇੰਤਜ਼ਾਮ ਹੋ ਜਾਏ ਐਂਡ ਸਡਨਲੀ ਅਸੀਂ ਇੱਕ ਨਿਊਜ਼ ਦੇਖਦੇ ਹਾਂ ਕਿ ਹਾਂ ਮੇਰੇ ਅਕਾਊਂਟ 'ਚ ਪੈਸੇ ਆ ਗਏ ਜਾਂ ਮੈਨੂੰ ਕਿਤੋਂ ਮੇਰੇ ਕਿਸੇ ਨੇ ਦੇਣੇ ਸੀ ਉਹ ਪੈਸੇ ਆ ਗਏ। ਤਾਂ ਇਹ ਸਭ ਕੀ ਹੈ, ਅਸੀਂ ਜਿਸ ਚੀਜ਼ ਨੂੰ ਪਾਉਣ ਦੀ ਸ਼ਿੱਦਤ ਰੱਖਦੇ ਹਾਂ ਉਹ ਸਾਡੇ ਕੋਲ ਪਹੁੰਚ ਜਾਂਦੀ ਹੈ। ਇਹੀ ਤਰੀਕਾ ਹੈ ਹੀਲਿੰਗ ਨੂੰ એનર્ਜੀਜ਼ ਦੇ ਨਾਲ ਵਰਕ ਕਰਨ ਦਾ। ਇਦਾਂ ਦਾ ਲਾਅ ਆਫ ਅਟਰੈਕਸ਼ਨ ਦੇ ਵਿੱਚ ਵੀ ਕਹਿੰਦੇ ਨਾ, ਜਿਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ, ਜੋ ਚੀਜ਼ ਅਸੀਂ ਮੰਨਦੇ ਹਾਂ, ਸੋਚੀ ਜਾਈਏ ਉਹ ਹੋ ਜਾਂਦੀ ਹੈ। ਹੀਲਿੰਗ ਮੋਡੈਲਿਟੀ ਤੇ ਲਾਅ ਆਫ ਅਟਰੈਕਸ਼ਨ ਕਿ ਇੱਕੋ ਜਿਹੀਆਂ ਨਹੀਂ ਲੱਗਦੀਆਂ ਤੁਹਾਨੂੰ? ਹੀਲਿੰਗ ਮੋਡੈਲਿਟੀ ਇੱਕ ਮੋਡੈਲਿਟੀਜ਼ ਹੈ, એનર્ਜੀਜ਼ ਦੇ ਨਾਲ ਵਰਕ ਕਰਦੀਆਂ। ਲਾਅ ਆਫ ਅਟਰੈਕਸ਼ਨ ਵਿੱਚ ਵੀ એનર્ਜੀ ਹੈ, ਪਰ ਉਹਦੇ ਵਿੱਚ ਅਸੀਂ ਮੈਨੀਫੈਸਟੇਸ਼ਨ ਕਰਦੇ ਹਾਂ। ਅਸੀਂ ਜੋ ਵਿਸ਼ ਪੂਰੀ ਕਰਨਾ ਚਾਹੁੰਦੇ ਹਾਂ ਉਹਦੇ ਕੁਝ ਰੂਲਸ ਹੈ, ਕੁਝ ਉਹਦੇ ਤਰੀਕੇ ਹੈ ਜਿਹਦੇ ਥਰੂ ਆਪਾਂ ਉਸ ਨੂੰ ਫੁੱਲਫਿਲ ਕਰ ਸਕਦੇ ਹਾਂ। ਜਿੱਦਾਂ ਕਿ ਸਾਇੰਟਿਸਟ ਨਿਕੋਲਾ ਟੈਸਲਾ ਨੇ ਦੱਸੀ ਸੀ 369 ਦੀ ਟੈਕਨੀਕ। ਤਾਂ ਬਹੁਤ ਸਾਰੇ ਲੋਕ YouTube ਤੇ ਜਾਂਦੇ ਆ, ਸਰਚ ਕਰਦੇ ਆ, ਉਹਦੇ ਅਕੋਰਡਿੰਗ ਆਪਣੇ ਨਿਊਜ਼ ਚੈਨਲ ਬਣਾ ਲੈਂਦੇ ਆ, ਆਪਣੇ YouTube ਚੈਨਲ ਬਣਾਉਂਦੇ ਆ, ਇੰਸਟਾ ਤੇ ਪਪੂਲਰ ਹੋਣ ਲਈ ਲੋਕਾਂ ਨੂੰ ਟੈਕਨੀਕਸ ਦੱਸਣੀਆਂ ਸ਼ੁਰੂ ਕਰ ਦਿੰਦੇ। ਇਹ ਇਦਾਂ ਕੁਝ ਨਹੀਂ ਹੈ, ਤੁਸੀਂ ਇਸ ਟੈਕਨੀਕ ਨੂੰ ਸਾਇੰਟੀਫਿਕਲੀ ਕਰੋ। ਤਾਂ ਮੈਂ ਜਦੋਂ ਸਪਿਰਿਚੁਅਲਿਟੀ 'ਚ ਆਈ ਹਾਂ, ਸਪਿਰਿਚੁਅਲਿਟੀ ਦੇ ਨਾਲ ਨਾਲ ਮੈਂ ਇਹ ਗੱਲ ਸਮਝੀ ਹੈ ਕਿ ਜਦ ਤੱਕ ਮੈਂ ਸਾਇੰਟੀਫਿਕਲੀ ਨਹੀਂ ਕਰੂੰਗੀ ਲੋਕਾਂ ਨੂੰ ਸਮਝ ਨਹੀਂ ਆਣੀ। ਇਸ ਲਈ ਮੈਨੂੰ ਕਲੀਨਿਕਲ ਸਾਈਕੋਲੋਜੀ ਵਿੱਚ ਵੀ ਜਾਣਾ ਪਿਆ ਕਿ ਦਿਮਾਗ ਦੇ ਵਿੱਚ ਵੜ ਕੇ ਦਿਮਾਗ ਨੂੰ ਸਮਝਾਉਣਾ ਪਏਗਾ, ਇਹ ਸਰੀਰ ਨਹੀਂ ਸਮਝ ਸਕਦਾ। ਜਿਹੜੀ ਹੀਲਿੰਗ ਮੋਡੈਲਿਟੀ ਆ ਇਹ ਕਿਹੜੇ ਉਮਰ ਦੇ ਲੋਕਾਂ ਤੇ ਕੰਮ ਕਰਦੀ? ਬੱਚਿਆਂ ਤੇ, ਬੁੱਢਿਆਂ ਤੇ, ਜਵਾਨਾਂ ਤੇ ਜਾਂ ਸਾਰਿਆਂ ਤੇ? ਦੇਖੋ ਜੀ, ਇਹ ਸਾਰੇ ਉਮਰ ਦੇ ਲੋਕਾਂ ਤੇ ਕੰਮ ਕਰਦੀ ਹੈ, ਪਰ ਮੈਂ ਹਮੇਸ਼ਾ ਇਹ ਕਹੂੰਗੀ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਹੀਲਿੰਗ ਦੀ ਲੋੜ ਨਹੀਂ ਪੈਂਦੀ, ਬਿਕਾਜ਼ ਬੱਚੇ ਜਿਹੜੇ ਉਹਨਾਂ 'ਚ એનર્ਜੀ ਆਲਰੇਡੀ ਬਹੁਤ ਜ਼ਿਆਦਾ ਹੁੰਦੀ ਹੈ। ਤਾਂ એનર્ਜੀ ਦਾ ਫਲੋ ਜਿਹੜਾ ਹੈ ਸਾਡੀ ਬਾਡੀ ਵਿੱਚ ਵਰਕ ਕਰਦਾ ਹੈ। ਤਾਂ ਬੱਚਿਆਂ ਨੂੰ ਉੱਪਰ ਖਾਂਸੀ, ਜ਼ੁਕਾਮ, ਬੁਖਾਰ ਇਹ ਨਾਰਮਲ ਪ੍ਰੋਬਲਮਸ ਹੈ, ਜਾਂ ਫਿਰ ਅੱਜ ਕੱਲ੍ਹ ਆਪਣੀ ਪੜ੍ਹਾਈ ਨੂੰ ਸਟ੍ਰੈਸ ਲੈ ਰਹੇ ਆ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ, ਤਾਂ ਇਹਨੂੰ ਆਪਾਂ ਉੱਦਾਂ ਵੀ ਸਮਝਾ ਕੇ ਸੋਲਵ ਕਰ ਸਕਦੇ ਹਾਂ ਜਦੋਂ ਆਪਾਂ એનર્ਜੀ ਦੇ ਰਹੇ ਹਾਂ। ਸਪੋਜ਼ ਜਿਹੜੀ ਹੀਲਿੰਗ ਮੋਡੈਲਿਟੀਜ਼ ਹੈ, ਸਪੋਜ਼ ਰੇਕੀ ਮੋਡੈਲਿਟੀ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹ ਹੱਥਾਂ ਦੇ ਨਾਲ ਸਾਡੇ ਜਿੰਨੀ ਵੀ ਪਾਵਰ ਹੈ ਜਾਂ ਜਿੰਨੀ ਵੀ ਸਾਡੀ એનર્ਜੀ ਹੈ ਉਹ ਟਰਾਂਸਫਾਰਮ ਹੁੰਦੀ ਹੈ। ਨਾਰਮਲ ਕੋਈ ਵੀ ਜਣਾ ਰੇਕੀ ਨਹੀਂ ਦੇ ਸਕਦਾ, ਇਹਦੇ ਲਈ ਪੂਰੀ ਸਟੱਡੀ ਹੈ, ਇਹਦੇ ਸਿੰਬਲਸ ਹੈ, ਇਹਦੀ ਅਟਿਊਨਮੈਂਟ ਹੈ, ਤੁਹਾਨੂੰ ਦੀਕਸ਼ਾ ਪ੍ਰਾਪਤ ਕਰਨੀ ਪੈਂਦੀ ਹੈ। ਉਹਨੂੰ ਲੈ ਕੇ ਹੀ ਤੁਸੀਂ ਆਪਣੀ ਬਾਡੀ ਨੂੰ ਸਾਊਂਡ ਬਣਾਉਂਦੇ ਆ। ਪਹਿਲੇ ਆਪਣੇ ਆਪ ਨੂੰ, ਜਿੱਦਾਂ ਕਹਿੰਦੇ ਆ ਨਾ, ਪਹਿਲਾਂ ਆਪਣੀ ਪਲੇਟ ਭਰਨੀ ਬਹੁਤ ਜ਼ਰੂਰੀ ਹੈ, ਫਿਰ ਹੀ ਤੁਸੀਂ ਕਿਸੇ ਨਾਲ ਸ਼ੇਅਰ ਕਰ ਸਕਦੇ ਆ। ਤੇ ਜੇ ਆਪਣੀ ਪਲੇਟ ਖਾਲੀ ਹੋਊਗੀ ਤਾਂ ਤੁਸੀਂ ਕਿਸੇ ਨੂੰ ਕੀ ਸ਼ੇਅਰ ਕਰਾਂਗੇ? ਇਹਦੇ ਨਾਲ ਬਿਮਾਰੀਆਂ ਠੀਕ ਹੁੰਦੀਆਂ? ਇਹਦੇ ਨਾਲ ਬਿਮਾਰੀਆਂ, ਜਿੱਦਾਂ ਕਿ ਸਪੋਜ਼ ਕਿਸੇ ਨੂੰ ਕੈਂਸਰ ਹੈ ਜਾਂ ਕਿਸੇ ਨੂੰ ਕੋਈ ਬਹੁਤ ਦੂਸਰੀ ਪੇਨ ਹੈ ਜਾਂ ਕੁਝ, ਆਫ ਕੋਰਸ ਪੇਨ ਨੂੰ ਰਿਲੈਕਸ ਕੀਤਾ ਜਾਂਦਾ ਹੈ। ਇਹਦੇ ਨਾਲ ਜਿਹੜਾ ਕੈਂਸਰ ਪੇਸ਼ੈਂਟ ਹੈ, ਜਿਹੜੀ ਪਾਇਲਟ ਸਟੱਡੀ ਹੋਈ ਹੈ ਉਹਦੇ ਤੇ ਦੇਖਿਆ ਗਿਆ ਹੈ ਕਿ ਕੈਂਸਰ ਪੇਸ਼ੈਂਟ ਨੂੰ ਹੀਲ ਕੀਤਾ ਗਿਆ। ਬਟ ਇਹਦਾ ਪ੍ਰੋਸੈਸ ਇਹ ਨਹੀਂ ਹੈ ਕਿ ਤੁਸੀਂ ਕਹੋ ਅੱਜ ਹੀਲਿੰਗ ਦੇਤੀ ਹੈ ਤਾਂ ਮਤਲਬ ਅਗਲੇ ਦਿਨ ਠੀਕ ਹੈ। ਇਹਦੇ ਪ੍ਰੋਸੈਸ ਹੈ, 21 ਸੈਸ਼ਨ ਹੈ ਜਾਂ 11 ਸੈਸ਼ਨ ਹੈ, ਜਿੰਨੇ ਸੈਸ਼ਨ ਜਿਸ ਤਰ੍ਹਾਂ ਦੀ ਬਿਮਾਰੀ ਹੈ ਉਹਦੇ ਅਕੋਰਡਿੰਗ ਹੀਲਿੰਗ ਮੋਡੈਲਿਟੀ ਨੂੰ ਚੂਜ਼ ਕਰਕੇ। ਇਹ ਕੌਣ ਤਿਆਰ ਕਰਦਾ ਕਿ ਇਸ ਬਿਮਾਰੀ ਦੇ ਇੰਨੇ ਸੈਸ਼ਨ ਹੈ, ਇਸ ਬਿਮਾਰੀ ਦੇ? ਬਹੁਤ ਪੁਰਾਣੀ ਮੋਡੈਲਿਟੀਜ਼ ਹੈ, ਇਹ ਹੁੰਦੀਆਂ ਨਹੀਂ ਹੈ, ਇਹ ਤਾਂ ਸਾਡੇ ਰਿਸ਼ੀ ਮੁਨੀਆਂ ਨੇ ਬਣਾਈਆਂ ਹੋਈਆਂ ਚੀਜ਼ਾਂ। ਪੁਰਾਣੇ ਟਾਈਮ 'ਚ ਕਿੱਦਾਂ ਹੁੰਦਾ ਸੀਗਾ ਕਿ ਹੱਡੀ ਟੁੱਟ ਜਾਂਦੀ ਸੀ, ਰਿਸ਼ੀ ਮੁਨੀ ਆ ਕੇ ਇੱਦਾਂ ਹੱਥ ਨਾਲ ਠੀਕ ਕਰ ਦਿੰਦੇ ਸੀ ਜਾਂ ਕੋਈ ਮੰਤਰਾ ਜਾਪ ਕਰਦੇ ਸੀ, ਠੀਕ ਹੋ ਜਾਂਦਾ ਸੀ। ਤਾਂ ਉਹ ਕੀ ਚੀਜ਼ ਸੀਗੀ? ਜਿੱਦਾਂ ਆਯੁਰਵੇਦਾ ਹੈ, ਸਾਡਾ ਆਪਣਾ ਹੈ, ਸਾਡੀ ਧਰੋਹਰ ਹੈ। ਇਹ ਜੋ ਹੀਲਿੰਗ ਮੋਡੈਲਿਟੀ ਹੈ, ਇਹ એનર્ਜੀ ਟਰਾਂਸਫਾਰਮ ਵਾਈਬ੍ਰੇਸ਼ਨਸ ਦੇ ਨਾਲ ਵਰਕ ਕਰਦਾ ਹੈ। ਜਿੰਨਾ ਪੋਜ਼ਿਟਿਵ ਅਸੀਂ ਸੋਚਾਂਗੇ ਓਨੀ ਹੀ ਪੋਜ਼ਿਟਿਵਲੀ ਇਹ ਵਰਕ ਕਰੇਗਾ। ਤੁਸੀਂ ਮੰਨਦੇ ਆ ਕਿ ਬਿਮਾਰੀਆਂ ਸੱਚਮੁੱਚ ਦਵਾਈਆਂ ਬਿਨਾਂ ਠੀਕ ਹੋ ਸਕਦੀਆਂ ਅੱਜ ਦੀ ਡੇਟ ਦੇ ਵਿੱਚ, ਜਿੱਦਾਂ ਦੀਆਂ ਬਿਮਾਰੀਆਂ ਆ ਗਈਆਂ? ਕਿਉਂਕਿ ਡਾਕਟਰ ਵੀ ਕਹਿੰਦੇ ਸਾਡੇ ਕੋਲ ਇਲਾਜ ਹੈ ਨਹੀਂ ਕਈ ਬਿਮਾਰੀਆਂ ਦੇ। ਜੇ ਇਹ ਪਹਿਲੇ ਠੀਕ ਹੋ ਸਕਦੀਆਂ ਸੀ ਤਾਂ ਹੁਣ ਵੀ ਹੋ ਸਕਦੀਆਂ। ਮੈਂ ਇਹ ਸਮਝਦੀ ਹਾਂ ਕਿ ਬਿਮਾਰੀਆਂ ਹੁੰਦੀਆਂ ਹੀ ਨਹੀਂ ਹੈ। ਮੈਂ ਇਹ ਸਮਝਦੀ ਹਾਂ ਕਿ ਜਿੰਨਾ ਨੈਗੇਟਿਵ ਅਸੀਂ ਆਪਣੇ ਦਿਮਾਗ, ਦਿਲ 'ਚ ਕਚਰਾ ਭਰਦੇ ਜਾਂਦੇ ਆ, ਉਹ ਸਾਰਾ ਬਿਮਾਰੀ ਰੂਪੀ ਸਾਹਮਣੇ ਆਉਂਦਾ। ਸਪੋਜ਼ ਮੇਰੇ ਹਾਰਟ 'ਚ ਬਹੁਤ ਬਲੋਕੇਜਿਸ ਆ ਰਹੀ ਹੈ, ਕੋਈ ਕਹਿੰਦਾ ਜੀ ਮੇਰੇ ਤਾਂ ਨਾ ਲੀਵਰ 'ਚ ਪ੍ਰੋਬਲਮ ਆ ਗਈ ਹੈ, ਮੇਰਾ ਤੁਸੀਂ ਸ਼ਰਾਬ ਸੁੱਟੀ ਜਾਓਗੇ ਤਾਂ ਆਫ ਕੋਰਸ ਬਿਮਾਰੀ ਦਾ ਰੂਪ ਧਰੇਗੀ। ਤੁਸੀਂ ਸੋਚੀ ਜਾਓਗੇ ਤਾਂ ਤੁਹਾਡਾ ਬ੍ਰੇਨ ਹੈਮਰ ਹੋਏਗਾ ਹੀ ਹੋਏਗਾ। ਤੁਸੀਂ ਦਿਲ 'ਚ ਇਮੋਸ਼ਨਸ ਭਰ ਰਹੇ ਆ, ਫੀਅਰ ਭਰ ਰਹੇ ਆ, ਐਂਜ਼ਾਈਟੀ ਭਰ ਰਹੇ ਆ, ਡਿਪਰੈਸ਼ਨ ਸਟੇਟ ਤੇ ਪਹੁੰਚ ਗਏ ਆ, ਤਾਂ ਜਿੰਨੀ ਸਾਲਾਂ ਦੀ ਬਲੋਕੇਜਿਸ ਹੈ ਉਹ ਬਲੋਕੇਜਿਸ ਸਾਡੇ ਦਿਲ ਤੇ ਬਹਿ ਜਾਂਦੀਆਂ। ਤਾਂ ਜਦੋਂ ਅਸੀਂ ਹੀਲ ਕਰਦੇ ਆ ਨਾ, ਅਸੀਂ ਡੀਪ ਰਿਲੈਕਸੇਸ਼ਨ, ਇਹ ਸਾਰਾ ਮੈਡੀਟੇਸ਼ਨ ਪ੍ਰੋਸੈਸ ਹੈ, ਇਹਦੇ ਵਿੱਚ ਕੋਈ ਜਾਦੂ ਨਹੀਂ ਹੈ, ਕੋਈ ਕੁਝ ਨਹੀਂ ਹੈ।
ਇਹਦੇ ਵਿੱਚ ਅਸੀਂ ਡਿਵਾਈਨ ਨਾਲ ਕਨੈਕਟ ਕਰਦੇ ਹਾਂ, ਪਰਮਾਤਮਾ ਨੂੰ ਯਾਦ ਕਰਦੇ ਹਾਂ, ਤੇ ਹੀਲਿੰਗ ਦੇ ਕੁਝ ਸਿੰਬਲਸ ਹੈ ਜਿਹਨੂੰ ਡਰਾ ਕੀਤਾ ਜਾਂਦਾ ਹੈ ਹੱਥਾਂ ਦੇ ਉੱਪਰ, ਡਰਾ ਕਰਕੇ ਪੂਰੀ ਬਾਡੀ ਨੂੰ ਵਾਈਬ੍ਰੇਟ ਕੀਤਾ ਜਾਂਦਾ ਹੈ। ਟੈਪਿੰਗ ਜਿਹਨੂੰ ਆਪਾਂ ਕਹਿੰਦੇ ਇੱਥੇ ਟੈਪ ਕਰੋ, ਇੱਥੇ ਟੈਪ ਕਰੋ। ਹੀਲਿੰਗ ਇੱਕ ਥੈਰੇਪੀ ਤੋਂ ਡਿਫਰੈਂਟ ਹੈ, ਕਿਉਂਕਿ ਥੈਰੇਪੀ 'ਚ ਅਸੀਂ ਮਸਾਜ ਦੇਣੀ ਹੁੰਦੀ ਹੈ, ਟੱਚ ਕਰਨਾ ਹੁੰਦਾ ਹੈ। ਹੀਲਿੰਗ ਵਿੱਚ ਟੱਚ ਨਹੀਂ ਕਰਨਾ ਕਿਸੇ ਦੀ ਬਾਡੀ ਨੂੰ, ਇਹ ਹੱਥਾਂ ਦੇ ਰੂਪੀ ਹੱਥਾਂ ਤੋਂ એનર્ਜੀ ਟਰਾਂਸਫਾਰਮ ਹੁੰਦੀ ਹੈ। ਜਦੋਂ ਅਸੀਂ ਕਿਸੇ 'ਚ એનર્ਜੀ ਟਰਾਂਸਫਾਰਮ ਕਰਦੇ ਹਾਂ, ਪਹਿਲਾਂ ਸਾਡੇ 'ਚ ਵੀ ਹੋਣੀ ਚਾਹੀਦੀ ਹੈ। ਮੈਂ ਉਹੀ ਤੁਹਾਨੂੰ ਦੱਸਿਆ ਕਿ ਆਪਣੀ ਪਲੇਟ ਭਰਨੀ ਬਹੁਤ ਜ਼ਰੂਰੀ ਹੈ। ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਖੁਦ ਪਹਿਲਾਂ ਕੋਈ ਵੀ ਸੈਸ਼ਨ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਇੱਕ ਤਾਂ ਪੂਰਾ ਪ੍ਰੋਪਰ ਕੋਰਸ ਕਰੋ। ਉਹਦੀ 21 ਦਿਨ ਦੀ ਦੀਕਸ਼ਾ ਹੁੰਦੀ ਹੈ, 21 ਦਿਨ ਦੀ ਸਾਧਨਾ ਹੁੰਦੀ ਹੈ, ਉਹਨੂੰ ਪੂਰਾ ਕਰੋ। ਉਸ ਤੋਂ ਬਾਅਦ ਤੁਸੀਂ ਡੇਲੀ ਮੈਡੀਟੇਸ਼ਨ ਜਿਹੜੀ ਪ੍ਰੋਸੈਸ ਸਿਖਾਈ ਜਾਂਦੀ ਹੈ, ਗਰਾਊਂਡਡ ਮੈਡੀਟੇਸ਼ਨ ਹੈ ਜਾਂ ਗਾਈਡਡ ਮੈਡੀਟੇਸ਼ਨਸ ਹੈ, ਉਹ ਸਾਰੀਆਂ ਕਰੋ। ਜਦੋਂ ਤੁਸੀਂ ਆਪ ਪਾਵਰਫੁਲ ਫੀਲ ਹੋ ਜਾਂਦੇ ਆ, ਉਸ ਤੋਂ ਬਾਅਦ ਤੁਸੀਂ ਇਹ ਕਰ ਸਕਦੇ ਹੋ। ਔਰ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰੀਏ, ਪਰ ਨਾ ਜਿੱਦਾਂ એનર્ਜੀਜ਼ ਵਰਕ ਕਰਦੀ ਹੈ ਤਾਂ ਕਾਈਨੈਟਿਕ એનર્ਜੀ ਹੈ। ਆਪਾਂ ਦੇਖਿਆ ਕਿ ਕਾਨਹਾ ਜੀ, ਕ੍ਰਿਸ਼ਨਾ ਜੀ, ਜਿਹੜਾ ਚੱਕਰਾ ਹੈ ਉਹਨਾਂ ਦੇ ਹੱਥ ਵਿੱਚ, ਉਹਨੂੰ ਰੋਕਣ ਲਈ ਕਾਈਨੈਟਿਕ એનર્ਜੀਜ਼ ਯੂਜ਼ ਕੀਤੀਆਂ ਗਈਆਂ ਸੀ ਉਸ ਜ਼ਮਾਨੇ 'ਚ। ਉਹਨਾਂ ਤੋਂ ਵੱਡਾ ਕਲਾਈਮੇਟੋਲੋਜਿਸਟ ਕੋਈ ਨਹੀਂ ਸੀ, ਕਿਉਂਕਿ ਹਵਨ ਦੀ ਅਗਨੀ ਨਾਲ ਉਹਨਾਂ ਨੇ ਬਾਰਿਸ਼ ਰੋਕਤੀ ਸੀ। ਸੋ ਐਸੇ ਬਹੁਤ ਸਾਰੇ ਐਗਜ਼ਾਮਪਲਸ ਹੈ, ਸਾਡੇ ਆਪਣੇ ਐਂਸ਼ੀਐਂਟ ਧਰੋਹਰ ਹੈ ਸਾਡੀ ਪੂਰੇ ਦਾ ਪੂਰਾ। ਇਹਦੇ ਨਾਲ ਇਹ ਕਿਸੇ ਵੀ ਧਰਮ ਨਾਲ ਮੈਟਰ ਨਹੀਂ ਕਰਦਾ, ਇਹਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਇਹ ਨਾ ਹੀ ਰਿਲੀਜੀਅਸ ਹੈ ਤੇ ਨਾ ਹੀ ਉਹ, ਇਹ ਸਪਿਰਿਚੁਅਲ ਹੈ, ਆਧਿਆਤਮਿਕ ਹੈ। ਬਿਲਕੁਲ। ਜਿੱਦਾਂ ਆਪਾਂ ਕਹਿੰਦੇ ਨਾ, ਇੱਕ ਬੰਦੇ ਨੂੰ ਕੋਈ ਬਿਮਾਰੀ ਲੱਗੀ, ਉਸ ਤੋਂ ਬਾਅਦ ਦੂਜੀ ਲੱਗ ਗਈ, ਫਿਰ ਤੀਸਰੀ ਲੱਗ ਗਈ, ਲਿਸਟ ਵਧੀ ਜਾ ਰਹੀ ਹੈ ਬਿਮਾਰੀਆਂ ਦੀ। ਇਹ ਬਿਮਾਰੀਆਂ ਨੇ ਕਿ ਨੈਗੇਟਿਵਿਟੀ ਹੈ? ਦੇਖੋ, ਬਿਮਾਰੀ ਤਾਂ ਹੁੰਦੀ ਹੈ। ਬਿਮਾਰੀ ਕਿੱਦਾਂ ਹੁੰਦੀ ਹੈ ਮੈਂ ਤੁਹਾਨੂੰ ਦੱਸਿਆ, ਬਹੁਤ ਜ਼ਿਆਦਾ ਬਲੋਕੇजेस ਜਦੋਂ ਆਪਾਂ ਇਕੱਠੀ ਕਰ ਲੈਂਦੇ। ਇਹਦੀ ਇੱਕ ਸਿੰਪਲ ਜਿਹੀ ਐਗਜ਼ਾਮਪਲ ਹੈ, ਮੇਰੇ ਘਰ 'ਚ ਇੱਕ ਕਮੋਡ ਹੈ ਜਿਸ 'ਚ ਮੈਂ ਰੋਜ਼ ਆਪਣਾ ਡਿਸਪੋਜ਼ ਕਰਨ ਜਾਂਦੀ ਹਾਂ ਵੇਸਟ। ਪੋਟੀ ਕਰੀ ਜਾਂਦੇ ਆ ਪਰ ਫਲਸ਼ ਕਰਨਾ ਭੁੱਲ ਗਿਆ। ਰੋਜ਼ ਪੋਟੀ ਕਰ ਰਹੇ ਹਾਂ, ਫਲਸ਼ ਕਰਨਾ ਭੁੱਲ ਰਹੇ ਹਾਂ, ਤਾਂ ਇੱਕ ਦਿਨ ਕੀ ਹੋਊਗਾ? ਡਿਫਰੈਂਟ ਟਾਈਪ ਆਫ ਗੈਸਿਸ ਨਿਕਲੂਗੀਆਂ, ਪ੍ਰੋਬਲਮਸ ਨਿਕਲੂਗੀਆਂ, ਅਲੱਗ-ਅਲੱਗ ਤਰ੍ਹਾਂ ਦੇ ਘਰ 'ਚ ਗੰਦਾ ਮਾਹੌਲ ਹੋ ਜਾਏਗਾ। ਮੈਨੂੰ ਤਾਂ ਉਹ ਸਮੈਲ ਆ ਹੀ ਰਹੀ ਹੈ, ਹੁਣ ਉਹ ਮੇਰੇ ਪਰਿਵਾਰ ਨੂੰ ਵੀ ਆ ਰਹੀ ਹੈ, ਹੁਣ ਉਹ ਦੂਸਰਿਆਂ ਨੂੰ ਵੀ ਆ ਰਹੀ ਹੈ। ਤਾਂ ਜਦ ਤੱਕ ਆਪਾਂ ਪੁਰਾਣਾ ਪਾਸਟ, ਪੁਰਾਣੀ ਚੀਜ਼ਾਂ, ਪੁਰਾਣੇ ਬਲੋਕੇजेस, ਬੈਗੇਜ, ਆ ਸਾਰੀਆਂ ਚੀਜ਼ਾਂ ਨੂੰ ਰਿਲੀਜ਼ ਨਹੀਂ ਕਰਦੇ, ਫਲਸ਼ ਨਹੀਂ ਕਰਦੇ, ਤਾਂ ਅਸੀਂ ਸਵੱਛ ਮਨ ਨੂੰ ਨਹੀਂ ਰੱਖ ਸਕਦੇ। ਇੱਕ ਸਵੱਛ ਮਨ ਦੇ ਵਿੱਚ ਹੀ ਇੱਕ ਹੈਲਦੀ ਸਰੀਰ ਬਸਦਾ ਹੈ। ਤਾਂ ਹੈਲਦੀ ਸਰੀਰ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਤੁਹਾਨੂੰ ਪੋਜ਼ਿਟਿਵ ਥਾਟਸ ਔਰ ਮਾਈਂਡ ਰੱਖਣਾ ਬਹੁਤ ਜ਼ਰੂਰੀ ਹੈ, ਮਾਈਂਡਫੁਲ ਹੋਣਾ ਬਹੁਤ ਜ਼ਰੂਰੀ ਹੈ। ਹੋਰ ਕਿਹੜੇ ਤਰੀਕੇ ਹੋ ਸਕਦੇ ਨੈਗੇਟਿਵ ਪਰਸਨ ਨੂੰ ਪੋਜ਼ਿਟਿਵ ਕਰਨ ਦੇ ਲਈ? ਦੇਖੋ, ਇਹਦੇ ਲਈ ਸਭ ਤੋਂ ਪਹਿਲਾਂ ਆਪਣੇ ਆਪ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਈਗੋ, ਸੁਪਰ ਈਗੋ, ਆਈਡੀ, ਇਹ ਬਹੁਤ ਸਾਰੇ ਨਏ ਵਰਡਸ ਇਹ ਸਭ ਚੱਲੇ। ਮੈਂ ਇਹ ਸਮਝਦੀ ਹਾਂ ਕਿ ਇੱਕ ਨੈਗੇਟਿਵ ਪਰਸਨ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਕਮੀ ਪਹਿਚਾਨਣੀ ਬਹੁਤ ਜ਼ਰੂਰੀ ਹੈ, ਉਹਦੇ ਉੱਪਰ ਕੰਮ ਕਰਨਾ ਬਹੁਤ ਜ਼ਰੂਰੀ ਹੈ। ਤਾਂ ਇਸ ਪਰਸਨ ਨੂੰ ਚਾਹੀਦਾ ਹੈ ਕਿ ਪੋਜ਼ਿਟਿਵਲੀ ਅਫਰਮ ਕਰੇ, ਆਪਣੇ ਆਪ ਨਾਲ ਸੈਲਫ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਆਪ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਔਰ ਆਪਣੇ ਆਪ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਸੁਸਾਈਡ ਵਰਗਾ ਕਦੀ ਵਰਡ ਆਏ ਹੀ ਨਾ ਜੇ ਅਸੀਂ ਆਪਣੇ ਆਪ ਨੂੰ ਪਿਆਰ ਕਰੀਏ। ਬਿਲਕੁਲ। ਔਰ ਜਦੋਂ ਕੋਈ ਕਿਸੇ ਨੂੰ ਹੀਲ ਕਰਦਾ, ਉਦਾਹਰਨ ਦੇ ਤੌਰ ਤੇ ਤੁਸੀਂ ਮੈਨੂੰ ਹੀਲ ਕਰਨਾ ਹੈ ਨਾ, ਮੇਰੇ ਇੱਥੇ ਦਰਦ ਹੈ, ਤੁਸੀਂ ਹੀਲਿੰਗ ਦੇ ਨਾਲ ਉਸ ਨੂੰ ਠੀਕ ਕਰੋਗੇ, ਜਾਂ ਫਿਰ ਮੈਨੂੰ ਕੋਈ ਡਿਪਰੈਸ਼ਨ ਹੈ, ਉਸ ਨੂੰ ਤੁਸੀਂ ਹੀਲਿੰਗ ਦੇ ਨਾਲ ਠੀਕ ਕਰੋਗੇ। ਇੱਕ ਪਰਸਨ ਦੀਆਂ ਕਿੰਨੇ ਟਾਈਮਸ ਦੀਆਂ ਸਿਟਿੰਗਸ ਹੁੰਦੀਆਂ, ਜਾਂ ਕਿੰਨੇ ਘੰਟੇ ਰੋਜ਼ ਉਹਨੂੰ ਦੇਣੇ ਪੈਂਦੇ ਆ? ਦੇਖੋ, ਜਿਹੜੀ ਹੀਲਿੰਗ ਹੈ ਆਪਾਂ ਪਹਿਲਾਂ ਪੂਰਾ ਕੇਸ ਸਮਝਾਂਗੇ ਉਸ ਬੰਦੇ ਦਾ, ਤਾਂ ਇਸ ਲਈ ਸਾਈਕੋਲੋਜੀਕਲੀ ਇਹਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਤਾਂ ਪਹਿਲਾਂ ਉਸ ਬੰਦੇ ਨੂੰ ਕੀ ਪ੍ਰੋਬਲਮ ਹੈ, ਕੀ ਕੇਸ ਹੈ, ਉਹਨੂੰ ਰਿਲੈਕਸ ਕਰਾਉਣਾ ਬਹੁਤ ਜ਼ਰੂਰੀ ਹੈ। ਫਿਰ ਚੱਕਰਾ ਬੈਲੈਂਸਿੰਗ ਹੁੰਦੇ ਆ, ਸਾਡੇ ਸਰੀਰ 'ਚ 7 ਚੱਕਰਾ ਹੁੰਦੇ ਆ, ਸਾਡੇ ਕਰਾਊਨ ਤੋਂ ਲੈ ਕੇ ਆਗਿਆ ਚੱਕਰਾ ਤੋਂ ਲੈ ਕੇ ਰੂਟ ਚੱਕਰਾ ਤੱਕ। ਇਹਨਾਂ ਨੂੰ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬਲੋਕੇजेस ਇਹਨਾਂ 7 ਚੱਕਰਾਂ ਦੇ ਵਿੱਚ ਹੀ ਹੁੰਦੀ ਹੈ। ਜਦੋਂ ਇਹ 7 ਚੱਕਰ ਸਾਡੀ ਬਾਡੀ ਦੇ ਬੈਲੈਂਸ ਹੋ ਜਾਂਦੇ ਔਰ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਕੰਮ ਕਰਦੇ, ਤਾਂ ਬਿਮਾਰੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਤੇ ਉਸ ਤੋਂ ਬਾਅਦ ਜਦੋਂ ਸਾਡਾ ਔਰਾ ਪੋਜ਼ਿਟਿਵ ਹੋ ਜਾਂਦਾ ਹੈ, ਸਾਡਾ ਔਰਾ ਵਿੱਚ ਕੋਈ ਛੇਕ ਨਹੀਂ ਰਹਿੰਦੇ, ਅਸੀਂ ਅੱਛਾ ਸੋਚਦੇ ਹਾਂ, ਅੱਛੀ ਗੱਲ ਕਰਦੇ ਹਾਂ, ਅੱਛਾ ਖਾਂਦੇ ਹਾਂ, ਤਾਂ ਸਾਡੀ ਬਿਮਾਰੀਆਂ ਆਟੋਮੈਟਿਕਲੀ ਸਰੀਰ 'ਚੋਂ ਨਿਕਲਣ ਲੱਗ ਜਾਂਦੀਆਂ। ਉਹਨੂੰ ਹੀ ਰਿਕਵਰੀ ਸਟੇਜ ਕਹਿੰਦੇ ਆ। ਤਾਂ ਆਪਾਂ ਕਹਿੰਦੇ ਹਾਂ ਕਿ ਦਵਾਈਆਂ ਨਾਲ ਅਸੀਂ ਬਿਲਕੁਲ ਸੈੱਟ ਹੋ ਗਏ ਹਾਂ। ਅੱਜ ਕੱਲ੍ਹ ਅਸੀਂ ਇਹ ਵੀ ਕਹਿੰਦੇ ਕਿ ਠੀਕ ਹੈ, ਤੁਸੀਂ ਡਾਕਟਰਸ ਦੀ ਮੰਨੋ, ਡਾਕਟਰਸ ਕੋ ਵੀ ਜਾਓ, ਦਵਾਈ ਲਓ, ਪਰ ਦਵਾਈ ਨੂੰ ਵੀ ਪੂਰਾ ਚਾਰਜ ਕਰਕੇ ਖਾਓ। ਦਵਾਈ ਦੇ ਉੱਪਰ ਪੂਰੀ ਇੰਟੈਂਸ਼ਨਸ ਪੋਜ਼ਿਟਿਵ ਦਿਓ ਕਿ ਮੈਂ ਬਿਲਕੁਲ ਠੀਕ ਹਾਂ। ਪ੍ਰੈਜ਼ੈਂਟ ਦੇ ਵਿੱਚ ਸੈਂਟੈਂਸ ਨੂੰ ਬੋਲੋ, ਮੈਂ ਬਿਲਕੁਲ ਠੀਕ ਹਾਂ, ਮੈਂ ਹੀਲ ਹੋ ਰਿਹਾ, ਮੈਂ ਰਿਕਵਰ ਕਰ ਰਿਹਾ, ਦਵਾਈ ਮੇਰੇ ਲਈ ਅੰਮ੍ਰਿਤ ਦਾ ਕੰਮ ਕਰ ਰਹੀ ਹੈ। ਜਿੰਨੀ ਪੋਜ਼ਿਟਿਵਲੀ ਅਗਰ ਅਸੀਂ ਅੰਦਰ ਪਾਵਾਂਗੇ ਤਾਂ ਉਹਨਾਂ ਪੋਜ਼ਿਟਿਵ ਆਊਟਪੁੱਟ ਨਿਕਲੇਗਾ। ਅੱਛਾ, ਇੱਦਾਂ ਤੁਸੀਂ ਤਾਂ ਮੈਨੂੰ ਠੀਕ ਕਰਤਾ ਹੈ ਨਾ ਹੀਲ ਕਰਕੇ, ਤੇ
ਮੰਨ ਲਓ ਮੈਂ ਹੀਲਿੰਗ ਦਾ ਕੋਰਸ ਕੀਤਾ ਆ, ਮੈਨੂੰ ਪਤਾ ਹੈ ਕਿ ਆਪਣੀਆਂ ਇੱਛਾਵਾਂ ਕਿੱਦਾਂ ਪੂਰਨ ਕਰਾਉਣੀਆਂ, ਇਹ ਇੱਛਾ ਵੀ ਪੂਰੀਆਂ ਕਰਦੀ ਹੈ ਨਾ? ਇੱਛਾ ਪੂਰੀਆਂ ਇਦਾਂ ਹੈ ਕਿ ਇਹੀ ਸਬਕੌਂਸ਼ੀਅਸ ਮਾਈਂਡ ਹੈ। ਮੈਂ ਆਪਣੇ ਜਿੱਦਾਂ ਕੰਪਿਊਟਰ ਹੈ, ਸਾਇੰਟੀਫਿਕਲੀ ਸਮਝੋ ਕਿ ਜਿੱਦਾਂ ਇੱਕ ਕੰਪਿਊਟਰ 'ਚ ਮੈਂ ਕੋਈ ਕੋਡ ਲਗਾ ਰਹੀ ਹਾਂ ਤਾਂ ਮੇਰੇ ਸਾਹਮਣੇ ਉਹੀ ਸਾਰਾ ਸਾਹਮਣੇ ਆ ਜਾਣਾ। ਇਸੇ ਤਰ੍ਹਾਂ ਮੈਂ ਆਪਣੇ ਸਬਕੌਂਸ਼ੀਅਸ ਨੂੰ ਕੀ ਕੋਡ ਦੇ ਰਹੀ ਹਾਂ। ਜੇ ਮੈਂ ਕੋਡ ਹੀ ਇਹੀ ਦੇ ਰਹੀ ਹਾਂ ਕਿ ਹਾਏ ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਮੇਰੇ ਨਾਲ ਤਾਂ ਕਦੀ ਚੰਗਾ ਹੋਣਾ ਹੀ ਨਹੀਂ, ਤਾਂ ਕਿੱਦਾਂ ਕਿਸਮਤ ਤੁਹਾਡੇ ਲਈ ਵਰਕ ਕਰੇਗੀ? ਤੁਸੀਂ ਆਪ ਹੀ ਰਸਤੇ ਬੰਦ ਕਰ ਰਹੇ ਆ। ਮੈਂ ਦਰਵਾਜ਼ਾ ਖੋਲ ਰਹੀ ਹਾਂ, ਮੈਂ ਸਬਕੌਂਸ਼ੀਅਸ ਨੂੰ ਸੌਣ ਤੋਂ ਪਹਿਲਾਂ ਹੀ ਮੈਸੇਜ ਦੇ ਰਹੀ ਹਾਂ ਕਿ ਮੈਂ ਇੱਕ ਬਹੁਤ ਪਾਵਰਫੁਲ ਪਰਸਨ ਹਾਂ। ਮੈਨੂੰ ਸਪੋਜ਼ ਫੋਰਚੂਨਰ ਚਾਹੀਦੀ ਹੈ ਤਾਂ ਮੈਂ ਫੋਰਚੂਨਰ ਨੂੰ ਮੈਨੀਫੈਸਟ ਕਰ ਰਹੀ ਹਾਂ ਕਿ ਫੋਰਚੂਨਰ ਮੇਰੇ ਕੋਲ ਆ ਗਈ ਹੈ, ਮੈਂ ਚਲਾ ਰਹੀ ਹਾਂ, ਮੈਂ ਕਿੰਨਾ ਅੱਛਾ ਫੀਲ ਕਰ ਰਹੀ ਹਾਂ, ਮੈਂ ਡਿਵਾਈਨ ਨੂੰ ਪਰਮਾਤਮਾ ਨੂੰ ਸ਼ੁਕਰੀਆ ਕਰ ਰਹੀ ਹਾਂ। ਮੈਂ ਪੈਰਿਸ 'ਚ ਘੁੰਮ ਰਹੀ ਹਾਂ, ਮੈਂ ਉੱਥੇ ਵਧੀਆ ਵਧੀਆ ਫੈਸ਼ਨ ਸ਼ੋਜ਼ ਦੇਖ ਰਹੀ ਹਾਂ। ਬਿਲਕੁਲ ਬਿਲਕੁਲ। ਔਰ ਇਹ ਚੀਜ਼ਾਂ ਸੱਚੀ ਕਈ ਵਾਰ ਅਸੀਂ ਐਕਸਪੀਰੀਅੰਸ ਵੀ ਕਰਦੇ ਹਾਂ ਕਿ ਯਾਰ ਮੈਂ ਤਾਂ ਇਹ ਸੋਚਿਆ ਸੀ ਕਾਸ਼ ਮੇਰੇ ਨਾਲ ਹੋ ਜਾਏ, ਔਰ ਅੱਜ ਮੈਂ ਸੱਚੀ ਇੱਥੇ ਬੈਠੀ ਹਾਂ। ਇਹ ਕੀ ਹੈ? ਇਹੀ ਲਾਅ ਆਫ ਅਟਰੈਕਸ਼ਨ ਹੈ, ਇਹੀ ਸਬਕੌਂਸ਼ੀਅਸ ਨੂੰ ਮੈਸੇਜ ਹੈ। ਜੋ ਪ੍ਰੋਗਰਾਮਿੰਗ ਤੁਸੀਂ ਕੋਡਿੰਗ ਸੈੱਟ ਕਰਾਂਗੇ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ, ਜਿਹੜਾ ਕਿ ਰਾਈਟ ਰੋਂਗ ਨਹੀਂ ਸਮਝਦਾ, ਜਿਹੜਾ ਸਿਰਫ ਇਹੀ ਸਮਝਦਾ ਹੈ ਕਿ ਮੈਂ ਜੋ ਮੈਨੂੰ ਮੈਸੇਜ ਮਿਲ ਰਿਹਾ ਉਹਦੇ ਅਕੋਰਡਿੰਗ ਡਿਵਾਈਨ ਤੋਂ એનર્ਜੀਜ਼ ਲੈ ਕੇ ਆਪਣੇ ਸਰੀਰ 'ਚ ਪਾਣੀ ਹੈ, ਔਰ ਉਹਦੇ ਅਕੋਰਡਿੰਗ ਮੇਰੀ ਬਾਡੀ ਪਾਵਰਫੁਲ ਬਣਦੀ ਜਾ ਰਹੀ ਹੈ, ਇੱਕ ਮੈਗਨੇਟ ਬਣਦੀ ਜਾ ਰਹੀ ਹੈ। ਤੁਸੀਂ ਕਿਸੇ ਵੀ ਸਾਈਕੋਲੋਜਿਸਟ ਦੀ ਬੁੱਕ ਚੱਕ ਕੇ ਪੜ੍ਹੋ, ਉਹ ਤੁਹਾਨੂੰ ਬਿਲਕੁਲ ਆਹੀ ਟੈਕਨੀਕਸ ਦੱਸੂਗੇ। ਇਹੀ ਹੀਲਿੰਗ ਹੈ, ਇਹੀ ਆਪਣੇ ਆਪ ਨੂੰ ਠੀਕ ਕਰਨ ਦਾ, ਹੈ ਨਾ? ਔਰ ਜਿਹੜੀ ਤੁਸੀਂ ਗੱਲ ਪੁੱਛੀ ਕਿ ਇਹਦੇ ਕਿੰਨੇ ਸੈਸ਼ਨ ਹੈ, ਇਹ ਡਿਪੈਂਡ ਕਰਦੇ ਹੈ ਕਿ ਪਰਸਨ ਕਿੱਦਾਂ ਦਾ ਹੈਗਾ। ਤਾਂ ਪਰਸਨ ਬਹੁਤ ਨੈਗੇਟਿਵ ਔਰ ਉਹ ਰਿਸਪੌਂਡ ਹੀ ਨਹੀਂ ਕਰ ਰਿਹਾ, ਉਹ ਐਕਸੈਪਟ ਨਹੀਂ ਕਰ ਰਿਹਾ, ਕਿਉਂਕਿ ਇਹ ਸਾਰੀ ਚੀਜ਼ ਬਿਲੀਵ ਤੇ ਟਿਕੀ ਹੋਈ ਹੈ, ਵਿਸ਼ਵਾਸ ਤੇ ਟਿਕੀ ਹੈ। ਇਸ ਸਾਰੀ ਚੀਜ਼ 'ਚ ਐਕਸੈਪਟੈਂਸ ਦੀ ਬਹੁਤ ਜ਼ਿਆਦਾ ਲੋੜ ਹੈ। 15 ਕੁ ਦਿਨ ਵਿਸ਼ਵਾਸ ਕੀਤਾ, ਵਿਸ਼ਵਾਸ ਟੁੱਟ ਜਾਵੇ। ਵਿਸ਼ਵਾਸ ਕਿੱਡਾ ਲੰਬਾ ਹੋਣਾ ਚਾਹੀਦਾ? ਜਦੋਂ ਇੱਕ ਵਾਰੀ ਤੁਸੀਂ ਇਸ ਚੀਜ਼ 'ਚ ਆ ਗਏ ਨਾ, ਫਿਰ ਤੁਸੀਂ ਨਹੀਂ ਮੁੜਦੇ। ਤੁਹਾਡੇ ਨਾਲ ਹੋਇਆ ਹੈ? ਮੇਰੇ ਨਾਲ ਹੋਇਆ ਹੈ। ਹੋਰ ਵੀ ਕੋਈ ਐਗਜ਼ਾਮਪਲਸ ਹੈਗੀਆਂ ਤੁਹਾਡੇ ਕੋਲ? ਮੈਂ ਤੁਹਾਨੂੰ ਆਪਣੀ ਹੀ ਐਗਜ਼ਾਮਪਲ ਦੇ ਰਹੀ ਹਾਂ। ਅਸੀਂ ਲੋਕ ਤਾਂ ਮਤਲਬ ਮੇਰੀ ਫੈਮਿਲੀ ਇਦਾਂ ਦੀ ਸੀ ਕਿ ਅਸੀਂ ਬਿਲਕੁਲ ਵੀ ਅਗਰਬੱਤੀ ਵੀ ਨਹੀਂ ਜਲਾਈ ਦੀ ਸੀ। ਅਸੀਂ ਬਸ ਆਪਣਾ ਜੋ ਨਾਮਦਾਨ ਅਸੀਂ ਲਿੱਤਾ ਆਪਣੇ ਗੁਰੂਆਂ ਤੋਂ ਉਹੀ ਮੰਨਦੇ ਸੀ। ਮੈਂ ਆਪਣੇ ਕਿਸੇ ਨੂੰ ਸਰਚ ਕਰਨ ਲਈ ਇਹ ਸਾਰੀ ਚੀਜ਼ਾਂ ਦੀ ਰਿਸਰਚ ਵਿੱਚ, ਐਕਚੁਅਲੀ ਇਹ ਮੇਰੀ ਰਿਸਰਚ ਹੈ, ਮੈਂ ਇਹ ਚੀਜ਼ਾਂ ਬਾਰੇ ਕੁਝ ਨਹੀਂ ਜਾਣਦੀ ਸੀ ਅੱਜ ਤੋਂ ਕੁਝ ਸਾਲਾਂ ਪਹਿਲਾਂ। ਤਾਂ ਕਿਸੇ ਨੇ ਮੈਨੂੰ ਕਿਹਾ ਕਿ ਤੂੰ ਜਿਹਨੂੰ ਲੱਭ ਰਹੀ ਹੈ ਤੂੰ ਉਹਦੇ ਲਈ ਤੂੰ ਕਿਉਂ ਨਾ ਪਾਸਟ ਲਾਈਫ ਰਿਗਰੈਸ਼ਨ ਕਰ ਲਾ। ਮੈਂ ਕਿਹਾ ਆਹ ਚੀਜ਼ਾਂ ਕੀ ਹੁੰਦੀਆਂ ਨਾ, ਆਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਇੱਦਾਂ ਕਿੱਦਾਂ ਕੋਈ ਮਿਲ ਜਾਊਗਾ। then I started search on internet and ਮੈਂ ਬਹੁਤ ਜਗ੍ਹਾ ਦੇਖਿਆ, ਬਹੁਤ ਜਗ੍ਹਾ ਸਰਚ ਕੀਤਾ, ਬਹੁਤ ਸਾਰੇ ਲੋਕਾਂ ਨੂੰ ਮਿਲੀ, ਡਾਕਟਰ, ਸਾਈਕੋਲੋਜਿਸਟ, PhD ਲੋਕਾਂ ਨੂੰ ਮਿਲੀ, ਉਹਨਾਂ ਨਾਲ ਗੱਲਾਂ ਕੀਤੀਆਂ। ਤਾਂ then I started my journey with Reiki energy and ਜਦੋਂ ਮੇਰੇ ਬੇਬੀਜ਼ ਤੋਂ ਬਾਅਦ ਮੇਰੀ ਲੱਤਾਂ ਦੀ ਬਹੁਤ ਪ੍ਰੋਬਲਮ ਸੀ, ਤਾਂ ਰਿਊਮਟੋਲੋਜਿਸਟ ਡਾਕਟਰ ਮੈਨੂੰ ਰੈਫਰ ਕੀਤੇ ਗਏ ਸੀ। ਉਹਨਾਂ ਤੋਂ ਜਦੋਂ ਮੈਂ ਗਈ ਉਹ ਕਹਿੰਦੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ, ਬਹੁਤ ਫੇਮਸ ਡਾਕਟਰ ਹੈ ਔਰ ਆਪਣੇ ਪੰਜਾਬ 'ਚ ਇੱਕੋ ਹੀ ਡਾਕਟਰ ਹੈ। ਤਾਂ ਹੀ ਸੈਡ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ, ਆਪਣਾ ਮਾਈਂਡ ਤੁਸੀਂ ਇਦਾਂ ਕਰ ਲਿਆ ਹੋਇਆ ਕਿ ਮੇਰੇ ਇੱਥੇ ਦਰਦ ਬੈਠੀ ਹੋਈ ਹੈ, ਜਕੜਨ ਬੈਠੀ ਹੋਈ ਹੈ, ਮੈਡੀਟੇਟ ਕਰੋ। ਤਾਂ ਮੈਂ ਸੋਚਿਆ ਜੇ ਡਾਕਟਰ ਇਦਾਂ ਕਹਿ ਸਕਦੇ ਆ ਮੈਡੀਟੇਟ ਕਰੋ। ਮੈਂ ਤਾਂ ਇਹ ਸੋਚ ਰਹੀ ਜਦੋਂ ਚੀਕਾਂ ਪੈ ਰਹੀਆਂ, ਲੱਤ ਹਿਲਦੀ ਨਹੀਂ ਤੇ ਦਰਦ ਹੋ ਹੀ ਰਹੀ ਹੈ, ਦਰਦ ਹੋ ਹੀ ਰਹੀ ਹੈ ਨਾ। ਤਾਂ ਉਹ ਮੈਨੂੰ ਕਹਿੰਦੇ ਕਿ ਇਦਾਂ ਕੁਝ ਨਹੀਂ ਹੈ, ਤੁਹਾਡੇ ਟੈਸਟ ਨਾਰਮਲ ਹੈ, ਤੁਹਾਡਾ ਸਭ ਕੁਝ ਨਾਰਮਲ ਹੈ, ਤੁਸੀਂ ਇੰਨੀ ਕੁ ਜ਼ਿਆਦਾ ਆਪਣੀ ਸੋਚ ਵਧਾ ਲਈ ਹੋਈ ਹੈ ਜਾਂ ਇੰਨਾ ਕੁ ਜ਼ਿਆਦਾ ਨੈਗੇਟਿਵ ਸੋਚ ਲਿਆ ਹੋਇਆ ਕਿ ਮੇਰੀ ਦਰਦ ਬੈਠ ਗਈ। ਹਾਂ, ਦਰਦ ਬੈਠ ਗਈ ਹੈ। ਉਹ ਨੈਗੇਟਿਵਿਟੀ ਤੁਹਾਡੇ ਅੰਦਰ ਇੰਨੀ ਘੁਸ ਗਈ ਹੈ ਕਿ ਉਹ ਦਰਦ ਕਰਾਉਂਦੀ ਹੈ ਔਰ ਤੁਹਾਡਾ ਸਰੀਰ ਉਹ ਮੰਨ ਚੁੱਕਿਆ ਕਿ ਹਾਂ ਮੇਰੇ ਦਰਦ ਹੋ ਰਹੀ ਹੈ। ਉਹ ਗੱਲ ਮੇਰੇ ਦਿਮਾਗ 'ਚ ਬੈਠੀ ਤਾਂ ਮੈਂ ਰਿਸਰਚ ਸ਼ੁਰੂ ਕੀਤੀ ਇਹ ਸਾਰੀ ਚੀਜ਼ਾਂ ਦੀ। ਫਿਰ ਇੱਕ ਹੀ ਨਾ ਮੈਂ ਪਹਿਲਾਂ ਖੁਦ ਨੂੰ ਹੀਲ ਕੀਤਾ ਐਂਡ ਦੈਨ ਆਈ ਰਿਅਲਾਈਜ਼ ਕਿ ਇਟ ਵਰਕ ਲਾਈਕ ਅ ਮੈਜਿਕ। ਇਹ ਇੱਕ ਜਾਦੂ ਦੀ ਤਰ੍ਹਾਂ ਕੰਮ ਕਰਦੀ ਹੈ। ਬਸ ਹੁਣ ਮੈਂ ਅਗਲੀ ਵਾਰੀ ਪੈਰਿਸ ਦੇ ਵਿੱਚ ਬੈਠ ਕੇ ਬਿਲਕੁਲ ਤੁਹਾਡੇ ਨਾਲ ਗੱਲ ਕਰ ਰਹੀ ਹੋਊਗੀ। ਇੰਨੀਆਂ ਸਾਰੀਆਂ ਹੀਲਿੰਗਸ ਆ ਗਈਆਂ ਨਾ ਵੱਖਰੇ ਵੱਖਰੇ ਤਰੀਕੇ ਦੀਆਂ। ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿਹਦੇ ਤੇ ਵਿਸ਼ਵਾਸ ਕੀਤਾ ਜਾਵੇ, ਕਿਹਦੇ ਤੇ ਨਾ ਕੀਤਾ ਜਾਵੇ। ਇੱਕ ਮੈਂ ਨਾਲ ਹੋਰ ਗੱਲ ਜੋੜਦੀ ਹਾਂ, ਔਰ ਹੀਲਿੰਗਸ ਦੇ ਵੀ ਕਈ ਤਰੀਕੇ ਹੈ, ਜਿਵੇਂ ਲਾਅ ਆਫ ਅਟਰੈਕਸ਼ਨ ਆ, ਆਹ ਹੀਲਿੰਗ ਆ, ਕਰਨਾ ਤਾਂ ਸਾਰਿਆਂ ਨੇ ਇੱਕੋ ਹੀ ਕੰਮ ਹੈ, ਤੁਹਾਨੂੰ ਠੀਕ ਕਰਨਾ, ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨੀਆਂ। ਕਿਹੜੀ ਚੁਣੀਏ? ਦੇਖੋ ਹੀਲਿੰਗ ਦੀ ਜਿੱਦਾਂ ਸਾਨੂੰ ਜਿਹੜੀ ਬਿਮਾਰੀ ਹੈ ਅਸੀਂ ਉਹੀ ਡਾਕਟਰ ਕੋ ਜਾਂਦੇ ਆ, ਤਾਂ ਉਸੇ ਤਰ੍ਹਾਂ ਦਾ ਹੀ ਪ੍ਰੋਸੈਸ ਅੱਗੋਂ ਸ਼ੁਰੂ ਹੁੰਦਾ ਹੈ ਨਾ, ਮੈਡੀਕਲ ਪ੍ਰੋਸੀਜਰ। ਇਹਦੇ ਵਿੱਚ ਸਪਿਰਿਚੁਅਲ ਪ੍ਰੋਸੀਜਰ ਹੈ, ਪਲੱਸ ਅਸੀਂ ਇਹਨੂੰ ਸਾਇੰਟੀਫਿਕਲੀ ਜੋੜਿਆ ਹੋਇਆ ਹੈ, ਜਿੱਥੇ ਸਾਇੰਸ ਕੀ ਹੈ ਇੱਕ ਤਰ੍ਹਾਂ ਦਾ ਸਪਿਰਿਚੁਅਲ ਦੀ ਸਟਾਰਟਿੰਗ ਹੈ। ਸਾਇੰਸ ਇਜ਼ ਅ ਸਟਾਰਟਿੰਗ ਆਫ ਸਪਿਰਿਚੁਅਲਿਟੀ, ਐਂਡ ਨਹੀਂ ਹੈ। ਤੇ ਸਾਇੰਸ ਜਿੱਥੇ ਰੁਕ ਜਾਂਦੀ ਹੈ ਸਪਿਰਿਚੁਅਲਿਟੀ ਉੱਥੇ ਸ਼ੁਰੂ ਹੁੰਦੀ ਹੈ। ਕਹਿੰਦੇ ਨਾ ਜਿੱਥੇ ਮਤਲਬ ਕਿ ਸਾਇੰਸ ਦਾ ਅੰਤ ਹੁੰਦਾ ਉੱਥੇ ਰੱਬ ਸ਼ੁਰੂ ਹੁੰਦਾ। ਬਿਲਕੁਲ। ਤਾਂ ਸਾਰੀ ਚੀਜ਼ਾਂ ਤੋਂ ਉੱਪਰ ਜਦੋਂ ਡਾਕਟਰਾਂ ਦੇ ਵੀ ਹੱਥ ਖੜੇ ਹੋ ਜਾਂਦੇ ਤਾਂ ਉਹ ਕਹਿੰਦੇ ਆਪਣੇ ਪਰਮਾਤਮਾ ਨੂੰ ਯਾਦ ਕਰ ਲਓ, ਆਪਣੇ ਉਹੀ ਕੁਝ ਜਾਦੂ ਕਰ ਸਕਦੇ ਆ, ਮੈਜਿਕ ਕਰ ਸਕਦੇ। ਤਾਂ ਮੈਜਿਕ ਨਹੀਂ ਹੁੰਦਾ, ਅਸੀਂ ਸੱਚੇ ਮਨ ਨਾਲ ਜਿਹੜੀ ਦੁਆ એનર્ਜੀ ਹੀ ਭੇਜ ਰਹੇ ਆ ਉਹਨਾਂ ਨੂੰ, ਤਾਂ ਉਹ એનર્ਜੀ ਜਦੋਂ ਸਹੀ ਤਰੀਕੇ ਨਾਲ ਉਹਨਾਂ ਕੋਲ ਪਹੁੰਚ ਜਾਂਦੀ ਹੈ ਉਦਾਂ ਹੀ ਸਾਨੂੰ ਵਾਪਸ ਆ ਕੇ ਸਾਡੇ ਤੇ ਵਰਕ ਕਰਦੀ ਹੈ। ਕਿ ਸਾਡੇ ਆਸੇ-ਪਾਸੇ ਕੋਈ ਇਦਾਂ ਦਾ ਔਰਾ ਹੁੰਦਾ ਜਿਹਨੂੰ ਜਦੋਂ ਅਸੀਂ ਪੋਜ਼ਿਟਿਵ ਵਾਈਬਸ ਦਿੰਦੇ ਆ
ਤਾਂ ਉਹ ਸਾਡੇ ਲਈ ਸਮਾਜ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ। ਬਹੁਤ ਸਾਰੀ ਐਸੀ ਟੈਕਨੀਕਸ ਹੈ ਜਿਹੜੀ ਤੁਸੀਂ ਹੁਣੇ ਮੈਨੂੰ ਪੁੱਛਿਆ, ਜਿੱਦਾਂ ਕਿ ਲਾਮਾ ਫੇਰਾ ਹੀਲਿੰਗ ਹੈ। ਇਹ ਬਹੁਤ ਜ਼ਿਆਦਾ ਕੋਈ 네ਗੇਟਿਵ એનર્ਜੀਜ਼ ਤੇ ਪੋਜ਼ਿਟਿਵ એનર્ਜੀਜ਼ ਹੈ ਤਾਂ 네ਗੇਟਿਵ એનર્ਜੀਜ਼ ਵੀ ਹੈ, ਇਹ ਉਹਨਾਂ ਤੇ ਕੰਮ ਕਰਦੀ ਹੈ। ਕੋਈ ਬਹੁਤ ਬਿਮਾਰੀ, ਕੋਈ ਇਦਾਂ ਦੀ ਬਿਮਾਰੀ ਜਿਹੜੀ ਹੀਲ ਨਹੀਂ ਹੋ ਸਕਦੀ, ਇਹ ਹੀਲਿੰਗ ਦੀ ਸਭ ਤੋਂ ਹਾਈਐਸਟ ਮੋਡੈਲਿਟੀ ਹੈ, ਜਿਹੜੀ ਕਿ 4 ਲੱਖ ਮੰਤਰਾਂ ਦੇ ਜੋੜ ਦੇ ਨਾਲ ਬਣੀ ਹੋਈ ਹੈ। ਬੁੱਧਿਸਟ ਟੈਕਨੀਕ ਇਹਨੂੰ ਮੰਨਿਆ ਜਾਂਦਾ, ਔਰ ਇਹ ਬਹੁਤ ਪੁਰਾਣੀ ਹੈ, ਬਹੁਤ ਪੁਰਾਣੀ। ਕਹਿੰਦੇ ਨਾ ਕਿ ਮੈਂ ਇੱਕ ਸੁਣਿਆ ਸੀ ਕਿਸੇ ਤੋਂ ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਲਈ ਪੋਜ਼ਿਟਿਵਿਟੀ ਦੇ ਨਾਲ ਸੋਚਣਾ, ਲਾਅ ਆਫ ਅਟਰੈਕਸ਼ਨ ਜੋ ਸੁਣਿਆ ਸੀ, ਹੀਲਿੰਗ 'ਚ ਤੁਸੀਂ ਮੈਨੂੰ ਦੱਸੋ ਇਹ ਕਿੱਦਾਂ ਕੰਮ ਕਰਦੀ ਹੈ। ਉਦਾਹਰਣ ਦੇ ਤੌਰ ਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਕੋਲ ਇੱਕ ਘੜੀ ਹੋਵੇ, ਹਨਾ, ਤੇ ਮੈਂ ਇਦਾਂ ਨਹੀਂ ਕਹਿਣਾ ਕਾਸ਼ ਮੇਰੇ ਕੋਲ ਇੱਕ ਘੜੀ ਹੁੰਦੀ, ਹਨਾ, ਮੇਰੇ ਕੋਲ ਘੜੀ ਹੋਵੇ, ਮੈਂ ਘੜੀ ਲਾਉਂਗੀ, ਔਰ 15 ਦਿਨ ਲਗਾਤਾਰ ਇਹ ਗੱਲ ਦੁਹਰਾਉਣੀ ਹੈ। ਇੱਕ ਵਾਰੀ ਵੀ ਵਿੱਚ ਨਾ ਨਹੀਂ ਆਉਣੀ ਚਾਹੀਦੀ, ਉਹ ਨੈਗੇਟਿਵਿਟੀ ਹੋ ਜਾਣੀ ਹੈ। ਇਦਾਂ ਨਹੀਂ ਕਹਿਣਾ ਕਿ ਹਾਏ ਮੇਰੇ ਦਰਦ ਹੁੰਦੀ ਆ ਕਿ ਨਹੀਂ ਨਹੀਂ ਕਹਿਣਾ, ਹਨਾ, ਮਤਲਬ ਕਿ ਕਹਿਣਾ ਮੈਂ ਠੀਕ ਆ, ਦਰਦ ਅੱਖਰ ਹੀ ਨਹੀਂ ਕਹਿਣਾ। ਯੈਸ, ਇਹੀ 369 ਟੈਕਨੀਕ ਹੈ। ਸਾਇੰਟੀਫਿਕਲੀ ਵੀ ਇਦਾਂ ਹੀ ਵਰਕ ਕਰਦੀ ਹੈ। ਸਬਕੌਂਸ਼ੀਅਸ ਮਾਈਂਡ ਨਾਲ ਰਿਲੇਟ ਕਰ ਲਓ, ਉਹਦੇ ਨਾਲ ਵੀ ਇਦਾਂ ਹੀ ਵਰਕ ਕਰਦੀ ਹੈ ਕਿ ਮੈਂ ਆਪਣੇ ਮਾਈਂਡ ਨੂੰ ਕੀ ਪ੍ਰੋਗਰਾਮਿੰਗ ਦੇ ਰਹੀ ਹਾਂ, ਕੀ ਮੈਸੇਜ ਦੇ ਰਹੀ ਹਾਂ। ਮੈਂ ਹਰ ਰੋਜ਼ ਇਹੀ ਮੈਸੇਜ ਦੇ ਰਹੀ ਹਾਂ कि मेरे को घड़ी आ गई है, मैं घड़ी पा ली है, मैं बहुत सोहनी लग रही है और मैं डिवाइन दा शुक्रिया कर रही हूं। सोहनी तो मैं अपने आप ਨੂੰ ਬਹੁਤ ਕਹਿੰਦੀ ਹਾਂ, ਉਹ ਤਾਂ ਤੁਸੀਂ ਉਹ ਤਾਂ ਮੈਂ ਹੀਲਿੰਗ ਦੀ ਵੀ ਨਹੀਂ ਲੋੜ ਮੈਨੂੰ, ਮੈਂ ਸਵੇਰ ਨੂੰ ਇੱਕ ਵਾਰੀ ਤਿਆਰ ਹੋ ਕੇ ਕਹਿ ਲੈਂਦੀ ਹੁੰਦੀ ਆ ਹਾਂ ਕੀ ਬਾਤ ਹੈ, ਬਹੁਤ ਸੋਹਣੀ। ਤੁਸੀਂ ਹੋ ਹੀ ਇਨੀ ਪੋਜ਼ਿਟਿਵ ਸੋਲ ਹੋ ਤੁਸੀਂ, ਜਿਹੜਾ ਇੰਨਾ ਅੱਛਾ ਵਰਕ ਕਰ ਰਹੇ ਹੋ, ਆਫ ਕੋਰਸ ਉਹ ਤਾਂ ਤੁਸੀਂ ਹੋ ਹੀ। ਬਟ ਜਿੱਦਾਂ ਆਪਾਂ ਇਹਦੀ ਗੱਲ ਕਰੀਏ ਤਾਂ ਅਸੀਂ ਜੇ ਇੱਕ ਵਾਰੀ ਵੀ ਵਿੱਚ ਵਹਿਮ ਲਿਆਤਾ, ਇੱਕ ਵਾਰੀ ਵੀ ਵਿੱਚ ਡਾਊਟ ਲਿਆਤਾ, ਫਿਰ ਉਹ ਵਾਪਸ ਮੁੜ ਕੇ ਫਿਰ ਬੈਕ ਤੋਂ ਸ਼ੁਰੂ ਕਰਨੀ ਪੈਂਦੀ ਹੈ। ਕਿਉਂਕਿ ਡਾਊਟ ਪਰਮਾਤਮਾ ਦੀ ਸ਼ਕਤੀ ਤੇ ਅਸੀਂ ਡਾਊਟ ਨਹੀਂ ਕਰ ਸਕਦੇ, ਤਾਂ ਫਿਰ ਉਹ ਰਿਵਰਸਲ ਸਟੇਜ ਸ਼ੁਰੂ ਹੋ ਜਾਂਦੀ ਹੈ ਕਿ ਫਿਰ ਤੋਂ ਸ਼ੁਰੂ ਕਰਨਾ ਪਏਗਾ। ਜੇ 11 ਦਿਨ ਕਹਿਣਾ ਤਾਂ ਕੰਟੀਨਿਊਸਲੀ 11 ਦਿਨ ਉਸ ਚੀਜ਼ ਨੂੰ ਅਟਰੈਕਟ ਕਰਨਾ ਹੈ। ਪਰਮਾਤਮਾ ਨੂੰ ਕਹਿਣਾ ਕਿ ਆਪਣੇ ਆਪ ਨੂੰ ਕਹਿਣਾ? ਅਸੀਂ ਜਿਹੜਾ ਮੈਸੇਜ ਦੇ ਰਹੇ ਹਾਂ ਆਪਣੇ ਆਪ ਡਿਵਾਈਨ ਨੂੰ ਪਹੁੰਚ ਰਿਹਾ। એનર્ਜੀਜ਼ ਤਾਂ ਕਿੱਥੇ ਹੈ, ਪਰਮਾਤਮਾ ਵੀ ਤਾਂ ਇੱਕ એનર્ਜੀ ਹੀ ਹੈ ਨਾ। ਤਾਂ ਅਸੀਂ ਜਿਹੜੀ ਵਾਈਬ੍ਰੇਸ਼ਨਸ ਭੇਜ ਰਹੇ ਹਾਂ, ਜਿਹੜੀ એનર્ਜੀਜ਼ ਭੇਜ ਰਹੇ ਹਾਂ, ਉਹ ਸਾਰੀ ਆਪਣੇ ਆਪ ਹੀ ਪਰਮਾਤਮਾ ਕੋਲ ਪਹੁੰਚ ਜਾਣੀ ਹੈ। ਬਟ ਸਾਡਾ ਕਹਿਣ ਦਾ ਤਰੀਕਾ ਕਿੱਦਾਂ ਦਾ ਹੈ? ਹਾਏ ਮੇਰੇ ਕੋਲ ਤਾਂ ਹੋ ਹੀ ਨਹੀਂ ਸਕਦਾ, ਅਸੀਂ ਇਦਾਂ ਕਹਿ ਰਹੇ ਹਾਂ। ਮੇਰੀ ਤਾਂ ਕਿਸਮਤ, ਉਹਦਾ ਕਿੰਨਾ ਚੰਗਾ, ਮੇਰਾ ਚੰਗਾ ਨਹੀਂ ਹੈ। ਅਸੀਂ ਕੰਪੇਅਰ ਕਰ ਰਹੇ ਹਾਂ, ਅਸੀਂ ਪਹਿਲੇ ਹੀ ਡਾਊਟ ਲਿਆ ਰਹੇ ਹਾਂ, ਸਾਨੂੰ ਪਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਹੈ। ਮੈਂ ਜਦੋਂ ਇਹ ਕਹਿ ਕੇ ਭੇਜ ਰਹੀ ਹਾਂ ਮੇਰੇ ਕੋ ਆ ਗਈ ਹੈ, ਮੈਂ ਸ਼ੁਕਰੀਆ ਕਰ ਰਹੀ ਹਾਂ, ਤਾਂ ਪਰਮਾਤਮਾ ਨੂੰ ਭੇਜਣੀ ਹੀ ਪੈਣੀ ਹੈ। ਉਹ ਹੀ ਕਹੇਗਾ ਵੀ ਲੋ ਜੀ ਇਹਦੇ ਕੋਲ ਤਾਂ ਹੁਣ ਪਹੁੰਚ ਹੀ ਗਈ ਹੈ, ਇਹ ਤਾਂ ਇੰਨਾ ਵਿਸ਼ਵਾਸ ਕਰਕੇ ਬੈਠੀ ਹੈ, ਮੈਂ ਇਹਦਾ ਵਿਸ਼ਵਾਸ ਨਹੀਂ ਤੋੜ ਸਕਦਾ। ਜਦੋਂ ਅਸੀਂ ਕਹਿੰਦੇ ਸਾਡੀ ਕਿਸਮਤ ਨਹੀਂ ਚੰਗੀ, ਕਿ ਸੱਚਮੁੱਚ ਖਰਾਬ ਹੋਣ ਲੱਗ ਜਾਂਦੀ। ਐਗਜ਼ੈਕਟਲੀ। ਜੇ ਮੈਂ ਘਰ ਵਿੱਚ ਇਹੀ ਕਹਾਂ ਕਿ ਮੇਰੇ ਘਰ ਤਾਂ ਗੰਦਗੀ 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 ਹੀ ਹੈ, ਚੰਗਾ ਕੁਝ ਹੈ ਹੀ ਨਹੀਂ, ਮੇਰੀ ਜ਼ਿੰਦਗੀ 'ਚ ਚੰਗਾ ਕੁਝ ਹੈ ਹੀ ਨਹੀਂ, ਤਾਂ ਤੁਸੀਂ ਦੇਖੋਗੇ ਕਿ ਸੱਚੀ ਸਾਨੂੰ ਕੁਝ ਚੰਗਾ ਨਹੀਂ ਮਿਲੇਗਾ। ਲੋਕ ਸਾਡੇ ਤੋਂ ਦੂਰ ਭੱਜਣਗੇ। ਦੁਨੀਆ ਵਿੱਚ ਉੱਦਾਂ ਹੀ ਬਹੁਤ ਦੁੱਖ ਹੈ, ਕੋਈ ਕਿਸੇ ਕੋਲ ਆਪਣੇ ਦੁੱਖ ਸੁੱਖ ਸੁਣਨ ਨੂੰ ਨਹੀਂ ਬੈਠਾ। ਹਰ ਕੋਈ ਉਹਦੀ ਹੀ ਕੰਪਨੀ ਚਾਹੁੰਦਾ ਹੈ ਜਿਹਦੇ ਕੋਲ ਸਾਨੂੰ ਖੁਸ਼ੀ ਮਿਲੇ, ਹੈ ਨਾ। ਤਾਂ ਅਸੀਂ ਜੋ ਮੰਗ ਰਹੇ ਹਾਂ, ਜੋ ਸੋਚ ਰਹੇ ਹਾਂ, ਉਹੀ ਸਾਨੂੰ ਵਾਪਿਸ ਆਉਂਦਾ ਹੈ। ਸਪੋਜ਼ ਐਗਜ਼ਾਮਪਲ ਹੈ ਨਾ, ਜਿੱਦਾਂ ਮੇਰੇ ਹੱਥ 'ਚ ਤਾਂ ਇਸ ਟਾਈਮ ਕੁਝ ਨਹੀਂ ਹੈ, ਅਗਰ ਮੈਂ ਉੱਪਰ ਇੱਕ ਬਾਲ ਸੁੱਟ ਰਹੀ ਹਾਂ ਤਾਂ ਵਾਪਿਸ ਤੁਹਾਡੇ ਕੋਲ ਹੀ ਆਏਗੀ। ਐਗਜ਼ੈਕਟਲੀ। ਪੋਜ਼ਿਟਿਵ ਸੁੱਟੋਗੇ ਤਾਂ ਪੋਜ਼ਿਟਿਵ ਕੈਚ ਕਰੋਗੇ, 네ਗੇਟਿਵ ਸੁੱਟੋਗੇ ਤਾਂ 네ਗੇਟਿਵ ਕੈਚ ਕਰੋਗੇ। ਨਿਊਟਨ ਦਾ ਲਾਅ ਪੋਜ਼ਿਟਿਵ 네ਗੇਟਿਵਿਟੀ ਤੇ ਵੀ ਲਾਗੂ ਹੁੰਦਾ। ਬਿਲਕੁਲ ਲਾਗੂ ਹੁੰਦਾ। ਤੁਸੀਂ ਇਹੀ ਲਾਜ਼ ਹੈ ਜਿਹੜੇ ਸਾਇੰਟੀਫਿਕਲੀ ਵੀ ਵਰਕ ਕਰਦੇ ਆ ਔਰ ਸਪਿਰਿਚੁਅਲਿਟੀ 'ਚ ਵੀ ਵਰਕ ਕਰਦੇ ਆ। ਗ੍ਰੈਵਿਟੇਸ਼ਨਲ ਫੋਰਸ ਹੈ ਧਰਤੀ ਵਿੱਚ ਨਾ, ਇਸ ਲਈ ਮਦਰ ਅਰਥ ਨੂੰ ਅਸੀਂ ਜਿੰਨੀ ਹੀਲਿੰਗ ਕਰਦੇ ਆ, ਜਿੰਨੇ ਵੀ 네ਗੇਟਿਵ ਅਸੀਂ ਕਪਿੰਗ ਮਾਡਲਸ ਹੈ, ਇਹ ਸਾਰੇ ਇਹ ਪੂਰੀ ਸਾਇੰਟਿਫਿਕ ਸਟੱਡੀ ਹੈ। ਕੂੜਾ ਪਾਈ ਜਾਂਦੇ ਤਾਂ ਅੰਦਰੋਂ ਗੰਦੀਆਂ ਗੈਸਾਂ ਹੀ ਨਿਕਲਣਗੀਆਂ। ਦਰਖਤ ਲਗਾਵਾਂਗੇ ਤਾਂ ਵਧੀਆ ਹਵਾ ਆਊਗੀ ਨਾ, ਉਦਾਂ ਹੀ ਸਾਡਾ ਮਾਈਂਡ ਆ। ਹਾਂ, ਜੇ ਆਪਾਂ ਪੌਦੇ ਲਾਵਾਂਗੇ ਤਾਂ ਫੁੱਲ ਖਿਲਣਗੇ, ਜੇ ਆਪਾਂ ਲਾਵਾਂਗੇ ਹੀ ਕੈਕਟਸ ਤਾਂ ਫਿਰ ਆਪਾਂ ਫੁੱਲ ਦੀ ਉਮੀਦ ਕਿੱਦਾਂ ਰੱਖ ਸਕਦੇ? ਬਿਲਕੁਲ। ਆਮ ਬੰਦਾ ਤਾਂ ਇਹ ਜ਼ਰੂਰ ਸੋਚਦਾ ਇੱਕ ਵਾਰੀ ਕਿ ਲੈ ਇਦਾਂ ਕਿੱਦਾਂ ਸੰਭਵ ਹੈ, ਇਹ ਕਿੱਦਾਂ ਪੋਸੀਬਲ ਹੈ ਕਿ ਹੁਣ ਵਾਕਈ ਮੈਂ ਦੁਖੀ ਹਾਂ, ਵਾਕਈ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਸਹੀ ਨਹੀਂ ਹੋ ਰਿਹਾ, ਤੇ ਮੈਨੂੰ ਤਾਂ ਕਹਿਣ ਦੀ ਮੈਂ ਤਾਂ ਕਦੇ ਆਪਣੇ ਆਪ ਨੂੰ ਨਿੰਦਿਆ ਵੀ ਨਹੀਂ। ਮੈਂ ਕਿੱਦਾਂ ਮੰਨ ਲਾ ਕਿ ਸਾਰਾ ਕੁਝ ਨਹੀਂ ਹੋ ਰਿਹਾ? ਹੁਣ ਜਿੱਦਾਂ ਆਪਾਂ ਤੁਹਾਡੇ ਦਰਦ ਦੀ ਗੱਲ ਕੀਤੀ ਹੈ, ਮੈਂ ਖੁਦ ਕਹਿੰਦੀ ਹਾਂ ਕਿ ਜੇ ਮੇਰੇ ਇਸ ਚੀਜ਼ ਦੇ ਵਿੱਚ ਪੇਨ ਹੈ, ਬੈਕ ਤੇ ਹੈ ਜਾਂ ਨੈਕ ਪੇਨ ਹੈ ਮੇਰੇ, ਤਾਂ ਹੈ ਇਹ ਵਹਿਮ ਕਿੱਦਾਂ ਹੋ ਸਕਦਾ ਹੈ, ਹਨਾ? ਫਿਰ ਇਦਾਂ ਦੇ ਪੇਸ਼ੈਂਟਸ ਨੂੰ ਤੁਸੀਂ ਕਿੱਦਾਂ ਰੀਅਲਾਈਜ਼ ਕਰਾਉਂਦੇ ਹੋ ਕਿ ਭਾਈ ਦਰਦ ਹੋਵੇ ਨਾ ਹੋਵੇ ਇਹ ਵਹਿਮ ਹੀ ਹੈ? ਅਸੀਂ ਇਦਾਂ ਦੇ ਪੇਸ਼ੈਂਟਸ ਨੂੰ, ਕਿਉਂਕਿ ਇੱਕ ਸਿਟਿੰਗ 'ਚ ਤਾਂ ਇਹ ਤੁਸੀਂ ਸਮਝੋ ਪੋਸੀਬਲ ਨਹੀਂ ਹੈ। ਇੱਕ ਸਿਟਿੰਗ 'ਚ ਤਾਂ ਅਸੀਂ ਉਹਨਾਂ ਨੂੰ ਸਿਰਫ ਸਮਝਦੇ ਹੀ ਹਾਂ ਕਿ ਉਹ ਕਿਸ ਤਰ੍ਹਾਂ ਦਾ ਪਰਸਨ ਹੈ, ਉਹਨੂੰ ਕਿਹੜੀ ਮੋਡੈਲਿਟੀ ਦੇ ਨਾਲ ਸਹੀ ਕੀਤਾ ਜਾ ਸਕਦਾ ਹੈ ਔਰ ਕਿੰਨਾ ਕੁ ਸਹੀ ਕੀਤਾ ਜਾ ਸਕਦਾ ਹੈ। ਕਿਉਂਕਿ ਮੈਡੀਕਲ ਰੋਲ ਤਾਂ ਰਹੇਗਾ ਹੀ ਰਹੇਗਾ ਵਿੱਚ,
ਇੱਕਦਮ ਤੁਸੀਂ ਉਹਨਾਂ ਨੂੰ ਨਹੀਂ ਯਕੀਨ ਦਿਲਾ ਸਕਦੇ ਕਿ ਤੁਸੀਂ ਇਹਦੇ ਨਾਲ ਬਿਲਕੁਲ ਠੀਕ ਹੋ ਜਾਣਗੇ, ਕਿਉਂਕਿ ਉਹ ਅਗਲੇ ਦਿਨ ਆ ਜਾਊਗਾ ਜਾਂ 4-5 ਦਿਨ ਫਿਰ ਆ ਜਾਊਗਾ, ਨਹੀਂ ਨਹੀਂ ਮੈਂ ਤਾਂ ਦਵਾਈ ਵਾਪਸ ਖਾਧੀ, ਮੇਰੇ ਤਾਂ ਇੰਨੀ ਦਰਦ ਸੀ ਠੀਕ ਹੀ ਨਹੀਂ ਹੋਈ, ਤੁਹਾਡੀ ਹੀਲਿੰਗ ਤੋਂ ਬਾਅਦ ਮੈਂ ਠੀਕ ਹੋ ਗਿਆ, ਉਸ ਤੋਂ ਬਾਅਦ ਮੇਰਾ ਫਿਰ ਉਦਾਂ ਹੀ ਹੋ ਗਿਆ। ਸੋ ਇਦਾਂ ਦੇ ਪੇਸ਼ੈਂਟਸ ਨੂੰ ਸਲੋਲੀ ਐਂਡ ਗ੍ਰੈਜੂਅਲੀ ਠੀਕ ਕੀਤਾ ਜਾ ਸਕਦਾ ਹੈ। ਉਹਨਾਂ ਦੀ ਪੇਨਸ ਨੂੰ ਪਹਿਲਾਂ ਹੀਲ ਕੀਤਾ ਜਾ ਸਕਦਾ, ਉਹਨਾਂ ਦੇ ਮਾਈਂਡ ਨੂੰ ਹੀਲ ਕਰਨਾ ਪਏਗਾ, ਉਹਨਾਂ ਨੂੰ ਪਹਿਲਾਂ ਯਕੀਨ ਦਿਲਾਣਾ ਪਏਗਾ ਔਰ ਉਹਨਾਂ ਦੇ ਅੰਦਰ ਹੀ ਯਕੀਨ ਭਰਨਾ ਪਏਗਾ ਕਿ ਇਹ ਸਾਰੀ ਚੀਜ਼ ਜੋ ਮੈਂ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ ਇਹਦੇ ਨਾਲ ਮੈਨੂੰ ਸੱਚੀ ਫਰਕ ਪਏਗਾ। ਵਾਕਈ ਬਹੁਤ ਸਾਰੇ ਆਪਾਂ ਬਜ਼ੁਰਗ ਵੀ ਦੇਖੀਦੇ ਆ ਜਦੋਂ ਫੋਰਨ ਦੇ ਵਿੱਚ ਹੁੰਦੇ ਉੱਥੇ ਬਿਮਾਰ ਰਹਿਣ ਲੱਗ ਜਾਂਦੇ, ਜਦੋਂ ਦੁਬਾਰਾ ਵਾਪਸ ਇੰਡੀਆ ਪੰਜਾਬ ਆਉਂਦੇ ਹੀ ਉਹਨਾਂ ਦੀ ਸਿਹਤ ਠੀਕ ਹੋ ਜਾਂਦੀ ਆ, ਹਨਾ। ਮਾਹੌਲ, এনवायरमेंट, એનર્ਜੀਜ਼ ਇਹ ਸਭ ਵਰਕ ਕਰਦੀਆਂ। ਸਭ ਦੁਨੀਆ 'ਚ ਸਭ ਕੁਝ ਕੀ ਹੈ, એનર્ਜੀ ਹੀ ਤਾਂ ਹੈ। ਅਸੀਂ ਜਦੋਂ ਦੁਨੀਆ ਤੋਂ ਚਲੇ ਜਾਣਾ ਤਾਂ ਸਾਡਾ ਕੀ ਰਹਿ ਜਾਣਾ, ਇੱਕ એનર્ਜੀ ਹੀ ਰਹਿ ਜਾਣੀ ਹੈ ਨਾ। ਆਸ-ਪਾਸ ਸਾਨੂੰ ਕੁਝ ਇਦਾਂ ਫੀਲ ਹੁੰਦਾ ਤਾਂ ਉਹ ਵੀ એનર્ਜੀ ਹੀ ਫੀਲ ਹੁੰਦੀ ਹੈ। ਸਮ ਟਾਈਮ ਵਾਈਬ੍ਰੇਸ਼ਨਸ ਫੀਲ ਹੁੰਦੀਆਂ ਜਾਂ ਮਾਈਂਡ ਸਡਨਲੀ ਕਿੱਦਾਂ ਅਸੀਂ ਚੰਗੇ ਭਲੇ ਔਰ ਅਸੀਂ ਸੋਚਦੇ ਯਾਰ ਉਹ ਬੰਦਾ ਇਹਨੇ ਡਿਪਰੈਸ਼ਨ 'ਚ ਕਿੱਦਾਂ ਚਲਾ ਗਿਆ ਜਾਂ ਇੰਨੀ ਉਹਨੂੰ ਪ੍ਰੋਬਲਮਸ ਕਿੱਦਾਂ ਸਡਨਲੀ ਹੋ ਗਿਆ ਹੈ। ਤਾਂ ਸਡਨਲੀ ਨਹੀਂ ਹੁੰਦਾ ਕੁਝ ਵੀ। ਮੈਂ ਤੁਹਾਨੂੰ ਦੱਸਿਆ ਨਾ, ਸਾਰੀ ਉਮਰ ਦਾ ਕਚਰਾ ਇਕੱਠਾ ਕਰੀ ਜਾਂਦੇ ਆ ਦਿਮਾਗ ਵਿੱਚ, ਉਹ ਫਿਰ ਇੱਕ ਦਿਨ ਤਾਂ ਫਟੇਗਾ ਹੀ ਕਿਸੇ ਵੀ ਰੂਪ 'ਚ। ਜਿੱਥੇ ਤੁਸੀਂ ਜ਼ਿਆਦਾ ਸੋਚ ਰਹੇ ਆ, ਸਪੋਜ਼ ਮੈਂ ਅੱਜ ਇੱਦਾਂ ਬੈਠੀ ਹਾਂ ਨਾ, ਮੈਂ ਸੋਚ ਰਹੀ ਹਾਂ ਕਿ ਮੇਰੀ ਆਹ ਚੀਜ਼ ਬਹੁਤ ਦਰਦ ਕਰ ਰਹੀ ਹੈ, ਤਾਂ ਮੈਂ ਪੂਰੀ ਇੰਟੈਂਸ਼ਨ ਮੈਡੀਟੇਸ਼ਨ 'ਚ ਇਹ 'ਚ ਪਾ ਦੇਣੀ ਹੈ अपनी इंटेंशंस और इन्हें पॉजिटिवली अफर्म करना है कि मेरी यह दर्द ठीक हो जाए और मैं ये फील करना है कि मेरी ये सारी दर्द मेरे पैरों के तलवियां तो ये नीचे जा रही है मदर अर्थ नू, और मैं गोल्डन एनर्जी या कोई एनर्जी फील कर रही हूँ अपनी पूरी बॉडी च और मैं ठीक हो रही हूँ। तो तुसी देखना इस तो बाद तुहानू सच्ची फर्क पेगा और तुसी सच्ची ये फील करोगे। एक दोबारा हल्का जिहा तरीका दसो अपने किसी भी दर्द नू हील करन दा। सपोज जिद्दां वैसे तो सैल्फ हीलिंग लई भी सानू पहला ही कोर्स करना बहुत जरूरी है, पर चलो मैं तुहानू दसदी हां कि असीं किद्दां ही करदे हां ना। जिद्दां मैं एक सारे कोर्स कीते, सब तो पहला हत्थ विच असीं सिंबल्स ड्रॉ करदे हां। ਜਿਹੜੇ ਸਿੰਬਲਸ ਜਿੱਦਾਂ ਬਹੁਤ ਜਿੱਦਾਂ ਇੱਕ ਮੰਤਰ ਓਮ, what ਓਮ ਇਜ਼ ਅ ਮੰਤਰਾ, ਅ ਪਾਵਰਫੁਲ ਮੰਤਰਾ ਜਿਹਨੂੰ ਯਾਦ ਕਰਦੇ ਹੀ ਸਾਡੇ ਪੂਰੀ ਬਾਡੀ 'ਚ ਵਾਈਬ੍ਰੇਸ਼ਨ ਹੋ ਜਾਂਦੀ ਹੈ, ਜਿਹਨੂੰ ਜਾਪ ਕਰਦੇ ਹੀ ਪੂਰਾ ਪ੍ਰੈਕਟਿਸ ਦੇ ਦੌਰਾਨ ਤੁਹਾਡੇ ਗਲੇ 'ਚੋਂ ਪੂਰੀ ਪ੍ਰੈਕਟਿਸ ਹੁੰਦੀ ਹੈ। that sounds makes you know। ਤਾਂ ਇਦਾਂ ਹੀ ਜਦੋਂ ਤੁਸੀਂ ਜਿਹੜੇ ਗਿਆਨੀ ਜਿਨ੍ਹਾਂ ਨੇ ਵੀ ਇਹ ਸਾਰੇ ਦਿੱਤੇ ਹੈ ਕੋਡਸ ਦਿੱਤੇ ਹੈ ਜਾਂ ਜਿਹੜੇ ਸਿੰਬਲਸ ਦਿੱਤੇ ਹੈ, ਬਹੁਤ ਹੀ ਜ਼ਿਆਦਾ ਗਿਆਨੀ ਲੋਕ ਹੈ। ਤਾਂ ਜਦੋਂ ਇਹਨਾਂ ਨੇ ਸਿੰਬਲਸ ਦਿੱਤੇ ਅਸੀਂ ਆਪਣੇ ਹੱਥ 'ਚ ਡਰਾ ਕਰਦੇ ਹਾਂ, ਅਸੀਂ ਰੇਕੀ એનર્ਜੀ ਨੂੰ ਇਨਵੋਕ ਕਰਦੇ ਹਾਂ, ਬੁਲਾਉਂਦੇ ਹਾਂ, ਕਾਲ ਕਰਦੇ ਹਾਂ ਕਿ ਉਸ ਪੂਰੇ ਟਾਈਮ એનર્ਜੀਜ਼ ਸਾਡੇ ਅਰਾਊਂਡ ਰਹਿਣ ਔਰ ਸਾਡੇ ਪੇਸ਼ੈਂਟ ਨੂੰ ਹੀਲ ਕਰਨ। ਤਾਂ ਅਸੀਂ ਜਦੋਂ ਹੱਥਾਂ ਦੇ ਥਰੂ એનર્ਜੀ ਦੇ ਰਹੇ ਹਾਂ, ਸਪੋਜ਼ ਮੈਂ ਆਪਣੇ ਇਸ ਪਾਰਟ 'ਤੇ એનર્ਜੀ ਦੇ ਰਹੀ ਹਾਂ, ਤਾਂ ਜਦੋਂ ਮੈਂ એનર્ਜੀ ਦੇ ਰਹੀ ਹਾਂ ਮੇਰੀ ਪੂਰੀ ਬਾਡੀ ਵਾਈਬ੍ਰੇਟ ਹੁੰਦੀ ਹੈ, ਪੂਰੇ ਸਰੀਰ ਪੂਰਾ ਹੱਥ ਵਾਈਬ੍ਰੇਟ ਹੁੰਦੇ ਔਰ ਤੁਸੀਂ ਉਸ ਟਾਈਮ ਸੈਂਸ ਕਰ ਸਕਦੇ ਆ ਕਿ ਸੱਚੀ ਇਹ ਚੀਜ਼ਾਂ ਵਰਕ ਕਰਦੀਆਂ। ਵਾਹ, ਬਹੁਤ ਖੂਬ। ਔਰ ਤੁਸੀਂ ਖੁਦ ਵੀ ਫੀਲ ਕਰ ਸਕਦੇ ਹਾਂ ਇਸ ਚੀਜ਼ ਨੂੰ, ਜਿੱਦਾਂ ਕਿ ਮੈਂ ਨਾਰਮਲੀ ਤੁਹਾਨੂੰ ਇਦਾਂ ਫੀਲ ਕਰਾ ਕੇ ਦੇਖਦੇ ਕਿ ਤੁਸੀਂ ਜਿੱਦਾਂ ਆਪਾਂ ਜਾਦੂ ਵਾਲੇ ਸ਼ੋਅ ਦੇਖੀਦੇ ਹੈ ਨਾ, ਉਹਨੂੰ ਚੁੰਡੀ ਮਹਿਸੂਸ ਹੁੰਦੀ ਕਈ ਵਾਰੀ ਜੱਜ ਨੂੰ ਬੈਠੇ ਨੂੰ, ਉਹ ਤਾਂ ਸਬਕੌਂਸ਼ੀਅਸ ਹੈ। ਤੁਸੀਂ ਕਹਿ ਰਹੇ ਆ ਕਿ ਤੁਹਾਨੂੰ ਚੁੰਡੀ ਮਹਿਸੂਸ ਹੋ ਰਹੀ ਹੈ, ਪਰ ਐਕਚੁਅਲ ਚੁੰਡੀ ਵੱਜੀ ਨਹੀਂ ਹੈ, ਤੁਹਾਡੇ ਦਿਮਾਗ ਨੇ ਤੁਹਾਨੂੰ ਕਹਿਤਾ ਕਿ ਚੁੰਡੀ ਵੱਜੀ ਹੈ ਔਰ ਤੁਸੀਂ ਉਹਨੂੰ ਸੈਂਸ ਕਰ ਲਿਆ ਕਿ ਹਾਂ ਵੱਜੀ ਹੈ। ਇਦਾਂ ਹੀ ਬਿਮਾਰੀਆਂ ਹੁੰਦੀਆਂ, ਬਿਮਾਰੀਆਂ ਜਕੜਦੀਆਂ ਨਹੀਂ, ਅਸੀਂ ਜਕੜਾ ਲੈਂਦੇ ਆ ਬਹੁਤ ਨੈਗੇਟਿਵ ਸਾਰੀ ਬਲੌਕੇजेस ਨਾ, ਬਲੈਕ એનર્ਜੀਜ਼ ਨੂੰ ਇਕੱਠਾ ਕਰ ਕਰਕੇ ਜਦੋਂ ਉਹਨੂੰ ਤੁਸੀਂ ਮਾਈਂਡਫੁਲ ਹੋ ਜਾਓਗੇ, ਪੋਜ਼ਿਟਿਵਲੀ ਅਫਰਮ ਕਰੋਗੇ, ਪੋਜ਼ਿਟਿਵ ਸੋਚੋਗੇ, ਅੱਛਾ ਆਪਣੇ ਲਈ ਅੱਛਾ ਸੋਚਣਾ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਲਈ ਹੀ ਸਾਰਿਆਂ ਲਈ ਚੰਗਾ ਸੋਚ ਲੈਂਦੇ, ਆਪਣੇ ਲਈ ਅਸੀਂ ਕਹਿੰਦੇ ਮੇਰੇ ਨਾਲ ਤਾਂ ਇਦਾਂ ਹੋ ਹੀ ਨਹੀਂ ਸਕਦਾ, ਮੇਰੇ ਤਾਂ ਯਾਰ ਮੇਰੀ ਨਹੀਂ ਵਸਦਾ, ਮੇਰਾ ਤਾਂ ਹੋਣਾ ਹੀ ਨਹੀਂ, ਤਾਂ ਫਿਰ ਕਿੱਦਾਂ ਅਸੀਂ ਕਹਾਂਗੇ ਕਿ ਅਸੀਂ ਕਰ ਸਕਦੇ ਹਾਂ। ਬਿਲਕੁਲ ਸਹੀ ਗੱਲ ਹੈ। ਆਪਣੇ ਲਈ ਖੁਦ ਪੋਜ਼ਿਟਿਵ ਸੋਚ ਕੇ ਖੁਦ ਪੋਜ਼ਿਟਿਵ ਹੋਈਏ, ਔਰ ਜੇ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਉਸ ਬਿਮਾਰੀ ਨੂੰ ਹਾਈ ਕਰਨ ਦੀ ਬਜਾਏ ਇਹ ਆਪਣੇ ਦਿਮਾਗ ਦੇ ਵਿੱਚ ਗੱਲ ਬਿਠਾ ਲਈਏ ਕਿ ਅਸੀਂ ਇਸ ਨੂੰ ਠੀਕ ਕਰ ਸਕਦੇ ਹਾਂ। ਸਾਰਾ ਕੁਝ ਆਪਣੀ ਮਨ ਦੀ ਪਾਵਰ ਦੇ ਨਾਲ, ਆਪਣੀ ਮਾਈਂਡ ਦੀ ਪਾਵਰ ਦੇ ਨਾਲ ਠੀਕ ਕਰ ਸਕਦੇ ਹਾਂ। ਚੇਤਨਾ ਜੀ, ਬਹੁਤ ਅੱਛਾ ਲੱਗਾ ਪ੍ਰੋਗਰਾਮ 'ਚ ਗੱਲਬਾਤ ਕਰਕੇ। ਥੈਂਕ ਯੂ ਸੋ ਮਚ ਫॉर ਕਮਿੰਗ। ਥੈਂਕ ਯੂ ਸੋ ਮਚ। ਔਰ ਅੱਜ ਦੇ ਲਈ ਬੈਠਕ ਵਿਦ ਬਰੁਣ ਕੌਰ ਮਾਨ ਦੇ ਵਿੱਚ ਇੰਨਾ ਹੀ। ਬਰੁਣ ਕੌਰ ਮਾਨ ਨੂੰ ਵੀ ਹੁਣ ਦੇ ਦਿਓ ਆਗਿਆ। ਸ਼ੁਕਰੀਆ, ਸਤਿ ਸ਼੍ਰੀ ਅਕਾਲ।